सूरा सो पहचानिए जो लरे दीन के हेत पुरजा पुरजा कट मरे कब होना छड़े खेत पुरजा पुरजा कट मरे कब होना छड़े खेत परम सन्मान योग चबर छत्र तखत दे मालक जुग हो जुग अटल सरवरे कायनात दे मालक शब्द गुरु धन धन साहिब श्री गुरु ग्रंथ साहिब पातशाह जी सतगुरां दी पावन पवित्र हजूरी अंदर सुभाईमान गुरु स्वरूप गुरु प्यारी साध संगत जियो सतगुरां ने अपार बख्शिश की है इन्हां पावन दीवानां दे अंदर अज दे इस विशेष दिहाड़े ते जिस दिन धन धन साहिब श्री गुरु गोबिंद सिंह पातशाह जी सतगुरां दे वड्डे फरजंद सतगुरां दे वड्डे साहिबजादे धन धन बाबा अजीत सिंह जी धन धन बाबा जुझार सिंह जी सतगुरां दे पंजां प्यारियां दे विचों तीन प्यारे प्यारे भाई हिम्मत सिंह जी प्यारे भाई मोहकम सिंह जी प्यारे भाई साहिब सिंह जी अते होर गुरु के मरजीवड़े गुरु के प्यारे सिख जेड़े चमकौर दी गड़ी दे अंदर शहीद हुंदे ने अज उन्हां मरजीवड़ियां नूं तुसीं याद करदियां होया सतगुर की पावन गोद विच जुड़ बैठे हो। धन गुरु ग्रंथ साहिब पातशाह जी दी पावन बाणी दे अंदरों अनेकां ही ऐसे शब्द ने जिन्हां विच सतगुर ने सूरमे दी गल कीती है। गुरु अर्जन साहिब जी दे पावन बचन तुसीं बहुत वारी हुक्म रूप विच पढ़दे भी हो जां को हर रंग लागो इस युग में सो कहियत है सूरा आत्म जिने सगल वसतां के जाका सतगुर पूरा। सूरमा गुरु दी निगाह विच ओह नहीं जिंदे कोलों सिर्फ शरीरक बल होवे। गुरु दी निगाह दे विच सूरमा ओह है जो अपनी आत्म नूं जिणदा है, मन नूं जितदा है। मन नूं जितन वाला
ਬਾਹਰਮੁਖੀ ਲੜਾਈ ਲੜੇ ਤੇ ਤਾਂ ਵੀ ਜਿੱਤਦਾ, ਤੇ ਜੇ ਅੰਤਰਮੁਖੀ ਲੜਾਈ ਲੜੇ ਤੇ ਤਾਂ ਵੀ ਜਿੱਤਦਾ। ਬਾਬਾ ਕਬੀਰ ਸਾਹਿਬ ਜੀ ਦੇ 2 ਸ਼ਲੋਕ ਤੁਸੀਂ ਹੁਣੇ ਸਰਵਣ ਵੀ ਕੀਤੇ ਨੇ। ਇਹਨਾਂ 2 ਸ਼ਲੋਕਾਂ ਨੂੰ ਤੁਸੀਂ ਬਹੁਤ ਵਾਰੀ ਸੁਣਦੇ ਹੋ, ਖਾਸ ਕਰਕੇ ਜਦੋਂ ਕੋਈ ਸ਼ਹਾਦਤ ਦਾ ਦਿਨ ਹੁੰਦਾ ਹੈ, ਭਾਵੇਂ ਉਹ ਕਿਸੇ ਗੁਰਸਿੱਖ ਦੀ ਸ਼ਹਾਦਤ ਹੋਵੇ, ਭਾਵੇਂ ਸਤਿਗੁਰਾਂ ਦੀ ਸ਼ਹਾਦਤ ਦਾ ਦਿਨ ਹੋਵੇ, ਇਹ ਬਚਨ ਤੁਸੀਂ ਅਕਸਰ ਹੀ ਪੜ੍ਹਦੇ ਸੁਣਦੇ ਹੋ। ਔਰ ਇਹਨਾਂ ਦੋਨਾਂ ਸ਼ਲੋਕਾਂ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਨੇ 2 ਤਰ੍ਹਾਂ ਦੇ ਜੀਵਨ ਦਾ ਜ਼ਿਕਰ ਕੀਤਾ ਹੈ। ਇੱਕ ਉਹ ਸੂਰਮੇ ਨੇ ਜਿਨ੍ਹਾਂ ਨੂੰ ਬਾਬਾ ਜੀ ਕਹਿੰਦੇ ਨੇ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਉ। ਖੇਤ ਦਾ ਮਤਲਬ ਹੈ ਸ਼ਰੀਰ। ਖੇਤ ਜੋ ਮਾਂਡਿਓ ਸੂਰਮਾ, ਜਿਸ ਸੂਰਮੇ ਨੂੰ ਇਹ ਗੱਲ ਸਮਝ ਵਿੱਚ ਆ ਗਈ ਕਿ ਪ੍ਰਮਾਤਮਾ ਰੱਬ ਜੀ ਨੇ ਆ ਜਿਹੜਾ ਸ਼ਰੀਰ ਰੂਪੀ ਖੇਤ ਦਿੱਤਾ ਹੈ, ਇਸ ਸ਼ਰੀਰ ਰੂਪੀ ਖੇਤ ਦੇ ਅੰਦਰ ਰਹਿੰਦਿਆਂ ਅੰਦਰ ਦੇ ਵਿਕਾਰਾਂ ਦੇ ਨਾਲ ਲੜਨਾ ਹੈ। ਬਾਬਾ ਜੀ ਕਹਿੰਦੇ ਨੇ ਉਹ ਮਨੁੱਖ ਫਿਰ ਆਪਣੇ ਗਗਨ ਦਮਾਮਾ ਬਾਜਿਓ, ਉਹਦੇ ਗਗਨ ਦੇ ਅੰਦਰ ਭਾਵ ਉਹਦੀ ਸੁਰਤ ਦੇ ਅੰਦਰ ਗੁਰੂ ਦੇ ਸ਼ਬਦ ਦਾ ਦਮਾਮਾ ਵੱਜਦਾ ਹੈ। ਉਹਦੀ ਸੁਰਤ ਦੇ ਅੰਦਰ ਗੁਰੂ ਦੇ ਸ਼ਬਦ ਦੀ ਐਸੀ ਕਲਾ ਵਰਤਦੀ ਹੈ ਕਿ ਉਹ ਆਪਣੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਰਗੇ ਵਿਸ਼ਿਆਂ ਨੂੰ ਜਿੱਤ ਲੈਂਦਾ ਹੈ। ਇਹਨਾਂ ਦੀ ਗਿਰਫਤ ਵਿੱਚ ਨਹੀਂ ਆਉਂਦਾ। ਭਾਵ ਹੈ ਕਿ ਉਹ ਇਹਨਾਂ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਨਹੀਂ ਜੀਂਦਾ। ਉਹ ਗੁਰੂ ਦੀ ਕਿਰਪਾ ਦੇ ਨਾਲ ਹਮੇਸ਼ਾ ਹੀ ਆਪਣੇ ਸਤਿਗੁਰ ਦੇ ਅੰਮ੍ਰਿਤ ਬਚਨਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਆਪਣੇ ਮਨ ਨੂੰ ਇੰਨੀ ਉੱਚੀ ਅਵਸਥਾ ਦੇ ਅੰਦਰ ਲੈ ਜਾਂਦਾ ਹੈ ਜਿੱਥੇ ਇਹ ਵਿਕਾਰ ਉਹਦੇ ਅੰਦਰ ਨੂੰ ਮਨ ਨੂੰ ਟੱਚ ਨਹੀਂ ਕਰਦੇ, ਪੋ ਨਹੀਂ ਸਕਦੇ। ਅਸਲ ਵਿੱਚ ਉਹਨੂੰ ਵੀ ਸਤਿਗੁਰ ਨੇ ਸੂਰਮਾ ਆਖਿਆ। ਤੇ ਦੂਸਰੀ ਗੱਲ ਸਤਿਗੁਰ ਨੇ ਕੀਤੀ ਵੀ ਜਿੰਦੇ ਕੋਲ ਆ ਸੂਰਮਤਾਈ ਹੈ, ਅੰਦਰ ਦੀ ਸੂਰਮਤਾਈ, ਅੰਦਰ ਦੇ ਵਿਸ਼ੇ ਵਿਕਾਰਾਂ ਨਾਲ ਲੜਨ ਦੀ ਜਿਹਨੂੰ ਗੁਰੂ ਕੋਲੋਂ ਜਾਂਚ ਆ ਗਈ, ਉਹਨੂੰ ਫਿਰ ਸਤਿਗੁਰ ਕਹਿੰਦੇ ਨੇ ਉਹ ਅਸਲ ਵਿੱਚ ਸੂਰਮਾ ਹੈ। ਉਹ ਸੂਰਮਾ ਕਿਸੇ ਮੈਦਾਨੇ ਜੰਗ ਵਿੱਚ ਜਾ ਕੇ ਜੂਝੇਗਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਸੂਰਮਾ ਕਦੀ ਹਾਰੇਗਾ ਨਹੀਂ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਨਿਤੇ ਸਾਧ ਸੰਗਤ ਦੁਨਿਆਵੀ ਤਲ ਤੇ ਹਮੇਸ਼ਾ ਮਨੁੱਖ ਸੂਰਮੇ ਦੀ ਗੱਲ ਕਰਦੇ ਆ, ਸਰੀਰਕ ਬਲ ਵਾਲੇ ਬੰਦੇ ਦੀ ਗੱਲ ਕਰਦਾ ਵੀ ਵੇਖੋ ਬਹੁਤ ਸੂਰਮਾ ਹੈ। ਉਸ ਬੰਦੇ ਦਾ ਕੱਦ ਕਾਠ ਵੇਖੋ, ਉਹਦਾ ਸਰੀਰ ਵੇਖੋ ਕਿੰਨਾ ਵੱਡਾ ਸੂਰਮਾ ਹੈ। ਸਤਿਗੁਰ ਕਹਿੰਦੇ ਨੇ ਸੂਰਮਾ ਉਹ ਨਹੀਂ ਜਿਹੜਾ ਸਿਰਫ ਬਾਹਰਮੁਖੀ ਲੜਾਈਆਂ ਜਿੱਤੇ। ਅਸਲ ਵਿੱਚ ਸਤਿਗੁਰ ਕਹਿੰਦੇ ਨੇ ਸੂਰਮਾ ਉਹ ਹੈ ਜਿਹੜਾ ਅੰਦਰ ਦੀ ਲੜਾਈ ਵੀ ਜਿੱਤਦਾ ਹੈ। ਅੰਦਰ ਦੀ ਲੜਾਈ ਜਿੱਤਣੀ ਬੜੀ ਔਖੀ ਹੈ। ਇਹਨਾਂ ਵਿਸ਼ਿਆਂ ਦੇ ਹੱਥੋਂ ਹਰ ਬੰਦਾ ਜਿਹੜਾ ਸੰਸਾਰ ਦਾ ਸਤਿਗੁਰ ਕਹਿੰਦੇ ਨੇ ਉਹ ਲੁੱਟਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ ਤੁਸੀਂ ਪੜ੍ਹ ਕੇ ਗਏ ਹੋਣੇ। ਰਹਿਰਾਸ ਸਾਹਿਬ ਜੀ ਦੇ ਵਕਤ ਪਾਤਸ਼ਾਹ ਕਹਿੰਦੇ ਨੇ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੀ। ਸਭ ਕਹਿੰਦੇ ਨੇ ਪੰਕਜ ਹੈ, ਚਿੱਕੜ ਹੈ, ਉਹਦੇ ਵਿੱਚ ਪੈਰ ਨਹੀਂ ਅੱਗੇ ਜਾ ਰਿਹਾ। ਕਿਹੜਾ ਚਿੱਕੜ ਹੈ? ਵਿਕਾਰਾਂ ਦਾ ਚਿੱਕੜ ਜਿਹੜਾ ਸਾਡੀ ਸੁਰਤ ਵਿੱਚ ਹੈ। ਇਹ ਬੰਦੇ ਦੀ ਸੁਰਤ ਨੂੰ ਅਗਾਂਹ ਨਹੀਂ ਵਧਣ ਦਿੰਦੇ। ਸੱਚ ਵਿੱਚ ਗੁਰਮੁਖੋ ਜਿਸ ਬੰਦੇ ਦੀ ਸੁਰਤ ਦੇ ਵਿੱਚ ਬਾਹਰਮੁਖੀ ਵਿਕਾਰ ਹਾਵੀ ਹੋ ਜਾਂਦੇ ਨੇ,
उस बंदे दी सुरत कदी भी इन्हां विकारां तो अगे हो के नहीं वेखदी। अभिमानी बंदा, अहंकारी बंदा, वो हमेशा अहंकार नूं, जिथे उनके अहंकार की वडियाई होवेगी उथे वो खड़ा होएगा। लोभी बंदा, जिथे उनके लोभ की पूर्ति होएगी उथे खड़ा होएगा। ते कामी बंदा, जिथे उनके काम की पूर्ति होएगी उथे खड़ा होएगा। जिन्नी देर तक मनुख इन्हां नूं जितदा नहीं, गुरु की निगाह दे विच वो सूरमा हो ही नहीं सकता। इसे करके सतगुर ने पहला गगन तमामा बाजियो परियो निशाने काओ, खेत जो मांडियो सूरमा अब जूजन को दाओ। सब कहते ने वो असल विच सूरमा है जिन्हों समझ आ गई भी आ जिहड़ा वक्त मिले, शरीर मिले, ये वक्त, ये समा, ये शरीर जूझण दा वेला है। जिहड़ा इस वेले दे अंदर हार गया, वो बाहर मुखी भावें किन्ना वड्डा सूरमा क्यों ना होवे, पर वो सच विच अपने जीवन की बाजी हार के जांदा है। तां ही सतगुर ने पहला अंदर दे सूरमे की गल की, जिन्हें अंदर दे विषयां नूं जित्या है। फिर बाहर की लड़ाई जितन वाले सूरमे की गल की भी जिन्हें अंदर नूं जित लिया है, वो बाहर मुखी भावें पुरजा पुरजा करके कट जाए, शरीर दे छोटे छोटे टुकड़ियां विच तब्दील हो जाए, पर साहब कहंदे ने वो कदी मैदाने जंग नहीं छड्डदा। उन्हों कोई लालच भरमा नहीं सकदा। उन्हों संसार दे अंदर कोई भी चीज जिहड़ी उहदे अंदर नूं डुला नहीं सकदी। देखो आने वाले दिनों विच असी छोटे साहिबजादियां दा जिक्र करना है। सूबे दी कचहरी दे विच किन्ने कु लालच दिते होणगे। वेखो एक पॉलिसी हुंदी है राजनीति दी, जदों तुसी किसे नूं अपने वल करना है, उन्होंने पहला सब तो लालच दिते जाते हैं ताकि ये साडी गल विच आ जाए। जेड़ा लालच मनण तो इनकारी हो जाता है, फिर उनके तन नूं दुख दिते जाते ने, ते फिर अंत उस दुखां दा शरीर दा ठीकरा भनना, भाव शहादत नूं, शहीदी नूं प्राप्त करना हुंदा है। पर जिन्हां दी सुरत चढ़दी कला वाली होवे, वो इन्हां तख्तियां नूं, इन्हां ताजां नूं, इन्हां संसार दीयां दौलतां ते जगीरां नूं ठोकर मार के अगे लंघ जांदे ने। अज तुसीं उन्हां नूं चेते कर रहे हो जिन्हां सब कुछ अपना धन गुरु कलगीधर पातशाह जी दे चरनां तो कुर्बान कीता है। आओ आपां चमकौर दे साके दा जिक्र करने। वैसे धन गुरु कलगीधर पातशाह जी सतगुरां ने अपने जीवन दे विच जिहड़ियां इतिहासक तौर ते जंगां दा जिक्र मिलदा है, वो 14 जंगां ने। इन्हां 14 जंगां दे अंदरों 4 जंगां ने जिहड़ियां सतगुर जी आनंदपुर साहिब जी दे अंदर लड़दे ने। 4 जंगां। इन्हां 4 जंगां दे अंदरों दूजी जंग वो सी जिंदे अंदर भाई बचित्र सिंह जी ने नागनी बरछे दे नाल मस्त हाथी दा मूँह मोड़िया सी। ये दूजी जंग सी आनंदपुर साहिब जी दी। तीजी जंग निर्मोही दी मैदान विचों दी जिहड़ा आनंदपुर दे नाल है, वो भी जंग सतगुर जितदे ने, जिंदे विच सैयद खां चढ़ के आउंदा है। ध्यान देना, सैयद खां इन्हें इसे दिल्ली दी धरती ते अपने पट दे चापी मार के कहा सी, मूँह विच पान दा बीड़ा रख के आख्या सी, मैं सो खाना गुरु गोबिंद सिंह पातशाह जी नूं जींदे जी मैं तुहाडे चरनां दे विच फड़ के पेश करांगा। सैयद खां ये गुरु घर दे अनिन श्रद्धालु जिन्हां ने पंगाणी दे युद्ध विच अपने 2 पुत्र शहीद करवाए। वेखो एक गल हमेशा चेते रखिए, गुरु दा जिहड़ा रिश्ता है, असी दुनियावी बंदे भावें कोई भी मनुख होवे, असी बाहर तौर ते किसी इंसान नूं वेखने आ ते सिर्फ अपने धर्म दी, अपने मजहब दी, अपनी जात दी, अपने पात दी, अपने मुहल्ले दी गल करांगे। सब तो पहला बंदा सवाल किसी नूं मिलदा है ते पुछदा है तेरी जात की है,
ਧਰਮ ਤਾਂ ਬਾਹਰੋਂ ਨਜ਼ਰ ਆ ਗਿਆ ਨਾ। ਫਿਰ ਪੁੱਛਦਾ ਤੂੰ ਰਹਿਣਾ ਕਿੱਥੇ ਹੈ। ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਵੇਖਨੇ ਆ ਵੀ ਬੰਦੇ ਦੇ ਨਾਲ ਅਸੀਂ ਖੜਾ ਹੋਣਾ ਹੈ, ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ। ਪਰ ਗੁਰੂ ਦਾ ਨਾਤਾ ਸੰਸਾਰ ਦੇ ਅੰਦਰ ਕਿਸੇ ਵੀ ਮਨੁੱਖ ਨਾਲ ਐਸਾ ਨਹੀਂ ਹੁੰਦਾ। ਐਵੇਂ ਥੋੜਾ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ 2 ਪੁੱਤਰ ਜਿਹੜੇ ਸਨ ਉਹ ਗੁਰੂ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤੇ ਸਨ। ਹਾਲਾਂਕਿ ਪੀਰ ਬੁੱਧੂ ਸ਼ਾਹ ਇਸਲਾਮ ਨੂੰ ਮੰਨਣ ਵਾਲਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨੇ ਸਿਰਫ ਪਠਾਨਾਂ ਦੀ ਹਾਮੀ ਭਰੀ ਸੀ, ਜਿਨ੍ਹਾਂ ਪਠਾਨਾਂ ਨੂੰ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਬਾਹਰ ਕੱਢਿਆ ਸੀ। ਇਹੀ ਕਿਹਾ ਸੀ ਮੇਰੀ ਜਾਮਨੀ ਤੇ ਤੁਸੀਂ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਓ, ਇਹਨਾਂ ਦੇ ਘਰ ਕਾਟ ਚੱਲ ਜਾਣਗੇ। ਕਿਉਂਕਿ ਜਿਹੜੀ ਫੌਜ ਵਿੱਚੋਂ ਤਨਖਾਹ ਮਿਲਦੀ ਸੀ ਉਹਦੇ ਨਾਲ ਇਹਨਾਂ ਦੇ ਘਰ ਚੱਲਦੇ ਸਨ। ਭੁੱਖੇ ਰਹਿਣ ਦੀ ਨੌਬਤ ਆਈ। ਪੀਰ ਬੁੱਧੂ ਸ਼ਾਹ ਦੇ ਚਰਨਾਂ ਵਿੱਚ ਇਹਨਾਂ ਪਠਾਨਾਂ ਨੇ ਤਰਲੇ ਲਏ। ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ। ਇਹ 500 ਪਠਾਨ ਜਿਦਨ ਭੰਗਾਣੀ ਦਾ ਯੁੱਧ ਹੋਇਆ, ਅਜਮੇਰ ਚੰਦ ਕੇਸਰੀ ਚੰਦ ਜਿਦਨ ਚੜ ਕੇ ਆਏ 22 ਧਾਰ ਦੇ ਰਾਜਿਆਂ ਵਿੱਚੋਂ, ਇਹ 500 ਪਠਾਨਾਂ ਦੇ ਵਿੱਚੋਂ ਇੱਕ ਪਠਾਨ ਹੀ ਸਿਰਫ ਰਹਿ ਗਿਆ ਸੀ, ਬਾਕੀ ਸਾਰੇ ਭੱਜ ਗਏ ਸਨ। ਤੇ ਪੀਰ ਬੁੱਧੂ ਸ਼ਾਹ ਇਹ ਆਪਣੇ ਪੁੱਤਰਾਂ ਨੂੰ ਲੈ ਕੇ ਆਇਆ ਸੀ। ਆਪਣਾ ਹੀ ਵਿਸ਼ਾ ਨਹੀਂ, ਮੈਂ ਸਿਰਫ ਬੇਨਤੀ ਜਿਹੜੀ ਕਰਨੀ ਹੈ ਵੀ ਗੁਰੂ ਦਾ ਰਿਸ਼ਤਾ ਜਿਹੜਾ ਹੈ ਉਹ ਕਿਸੇ ਵੀ ਬੰਦੇ ਨਾਲ ਸਿਰਫ ਬਾਹਰ ਮੁਖੀ ਜਾਤ ਪਾਤ ਉਹਦੇ ਧਰਮ ਨੂੰ ਵੇਖ ਕੇ ਨਹੀਂ ਬਣਦਾ। ਗੁਰੂ ਦਾ ਰਿਸ਼ਤਾ ਹਰ ਸਿੱਖ ਦੇ ਨਾਲ, ਹਰ ਮਨੁੱਖ ਦੇ ਨਾਲ ਸੱਚ ਵਿੱਚ ਰੂਹਾਨੀਅਤ ਦਾ ਰਿਸ਼ਤਾ ਹੈ, ਜਿਹੜਾ ਪੀਰ ਬੁੱਧੂ ਸ਼ਾਹ ਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸੀ। ਸੈਦ ਖਾਂ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ। ਪੀਰ ਬੁੱਧੂ ਸ਼ਾਹ ਜਿਹੜਾ ਸੈਦ ਖਾਂ ਸੀ, ਇਹਦੀ ਭੈਣ ਪੀਰ ਬੁੱਧੂ ਸ਼ਾਹ ਦੇ ਘਰ ਦੇ ਵਿੱਚ ਵਿਆਹੀ ਹੋਈ ਸੀ। ਇਹਨੇ ਪਾਣ ਦਾ ਬੀੜਾ ਮੂੰਹ ਚ ਪਾ ਕੇ ਆਖਿਆ ਸੀ ਮੈਂ ਗੁਰੂ ਨੂੰ ਜਿੰਦਿਆਂ ਫੜ ਕੇ ਲਿਆਵਾਂਗਾ। ਆਨੰਦਪੁਰ ਸਾਹਿਬ ਜੀ ਦੀ ਜਿਹੜੀ ਤੀਜੀ ਲੜਾਈ ਹੋਈ, ਉਹਦੇ ਵਿੱਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਵੇਖਿਆ ਨੇ, ਆਪਣਾ ਆਪਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹਨੇ ਅਰਪਣ ਕਰ ਦਿੱਤਾ। ਇਹਨੇ ਆਪਣਾ ਆਪਾ ਗੁਰੂ ਨੂੰ ਸੌਂਪ ਦਿੱਤਾ। ਗੁਰੂ ਕੀ ਫੌਜ ਵਿੱਚ ਬਕਾਇਦਾ ਭਰਤੀ ਹੋ ਗਿਆ। ਏਡੇ ਏਡੇ ਵੱਡੇ ਜਰਨੈਲ ਜਦੋਂ ਉਹਨਾਂ ਨੇ ਹਾਰ ਮੰਨ ਲਈ, ਤੇ ਸੱਚ ਵਿੱਚ ਔਰੰਗਜ਼ੇਬ ਦੇ ਲਈ ਇਹ ਬੜੀ ਵੱਡੀ ਹਾਰ ਸੀ। ਜਿੰਨੇ ਵੀ ਅੱਜ ਤੁਸੀਂ ਜਿਹੜੀਆਂ ਰਿਆਸਤਾਂ ਸਨ ਉਸ ਵੇਲੇ, ਉਹਨਾਂ ਵਿੱਚੋਂ ਭਾਵੇਂ 22 ਧਾਰ ਦੇ ਰਾਜੇ ਸਨ, ਭਾਵੇਂ ਪਹਾੜੀ ਰਾਜੇ ਸਨ, ਭਾਵਾਂ ਕਿ ਜਿਹੜੀਆਂ ਵੱਡੀਆਂ ਰਿਆਸਤਾਂ ਨੇ ਜਿਵੇਂ ਜੰਮੂ ਦੀ ਰਿਆਸਤ, ਲਾਹੌਰ ਦੀ ਰਿਆਸਤ, ਕਾਨੜਾ ਕਾਂਗੜੇ ਦੀ ਰਿਆਸਤ, ਜਿਹੜੀਆਂ ਹੋਰ ਐਸੀਆਂ ਰਿਆਸਤਾਂ ਸਨ, ਉਹਨਾਂ ਦੇ ਜਿਹੜੇ ਜਰਨੈਲ ਉਹਨਾਂ ਰਿਆਸਤਾਂ ਨੂੰ ਚਲਾਉਣ ਵਾਲੇ, ਕਿਸੇ ਦੇ ਵਿੱਚ ਹਿੰਮਤ ਨਹੀਂ ਸੀ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸਾਹਮਣੇ ਤੋਂ ਟਾਕਰਾ ਲੈ ਸਕਣ। ਔਰੰਗਜ਼ੇਬ ਨੇ ਵਜ਼ੀਰ ਖਾਨ ਨੂੰ ਕਿਹਾ, ਤੇ ਵਜ਼ੀਰ ਖਾਨ ਨੇ ਇਹ ਬਿਉਂਤ ਬਣਾਈ ਵੀ ਕੱਲੇ ਕੱਲੇ ਲੜਨ ਨਾਲੋਂ ਚੰਗਾ ਹੈ ਆਪਾਂ ਜਿੰਨੇ ਆ, ਆਪਾਂ ਸਾਰੇ ਇਕੱਠੇ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਿੱਤਣ ਦੇ ਲਈ ਉਹਨਾਂ ਦੇ ਉੱਪਰ ਆਕਰਮਣ ਕਰਨੇ ਆ, ਅਟੈਕ ਕਰਨੇ ਆ। ਇਹਨਾਂ ਇਕੱਠੇ ਹੋ ਕੇ ਹੱਲਾ ਕੀਤਾ। ਜਿਹੜੀ ਆਨੰਦਪੁਰ ਸਾਹਿਬ ਜੀ ਦੀ ਚੌਥੀ ਜੰਗ ਹੈ, ਇਹਦੇ ਅੰਦਰ ਤਕਰੀਬਨ ਆਨੰਦਪੁਰ ਸਾਹਿਬ ਜੀ ਨੂੰ 7 ਮਹੀਨੇ ਦੇ ਕਰੀਬ ਘੇਰਾ ਰਿਹਾ ਹੈ। ਧਿਆਨ ਦੇਣਾ, ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਅਪ੍ਰੈਲ ਮਈ ਦੇ ਮਹੀਨੇ ਵਿੱਚ, ਉਸ ਵੇਲੇ ਤੋਂ ਲੈ ਕੇ ਤੇ ਦਸੰਬਰ ਦੇ ਮਹੀਨੇ ਤੱਕ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਘੇਰਾ ਰਿਹਾ ਹੈ। ਇਸ ਸਮੇਂ ਦੌਰਾਨ ਇਹਨਾਂ ਨੇ ਹਰ ਹੀਲਾ ਕੀਤਾ। ਜਿਹੜਾ ਪਾਣੀ ਆਨੰਦਪੁਰ ਸਾਹਿਬ ਜੀ ਦੇ ਅੰਦਰ ਜਾਂਦਾ ਸੀ, ਝਰਨੇ ਦਾ ਪਾਣੀ, ਇਹਨਾਂ ਨੇ ਉਹ ਬੰਦ ਕਰ ਦਿੱਤਾ ਤਾਂ ਕਿ ਅੰਦਰ ਪਾਣੀ ਨਾ ਜਾਏ। ਅੰਦਰ ਰਸਦ ਜਾਣੀ ਬੰਦ ਹੋ ਗਈ। ਇੰਨੇ ਹਾਲਾਤ ਮਾੜੇ ਸਨ ਆਨੰਦਪੁਰ ਸਾਹਿਬ ਜੀ ਦੇ ਅੰਦਰ ਕਿ ਇੱਕ ਇੱਕ ਮੁੱਠ ਛੋਲਿਆਂ ਦੀ ਖਾਣੀ ਤੇ ਸਾਰਾ ਦਿਨ 24 ਘੰਟੇ ਗੁਜ਼ਾਰਾ ਕਰਨਾ। ਵੇਖੋ ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਇਹ ਸਭ ਕੁਝ ਵਾਪਰਦਾ ਪਿਆ ਸੀ। ਬੜੀ ਵਾਰ ਐਸਾ ਵੀ ਹੋਇਆ, ਸਾਨੂੰ ਉਹ ਵੀ ਸਿੱਖ ਮਿਲਦੇ ਨੇ ਇਤਿਹਾਸ ਵਿੱਚੋਂ, ਜਿਨ੍ਹਾਂ ਇਸੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਦਿੱਤਾ ਸੀ ਤੇ ਕਿਹਾ ਸੀ ਵੀ ਅਸੀਂ ਸਤਿਗੁਰ ਜੀ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ।
ਜਦੋਂ ਭੁੱਖ ਅੰਦਰ ਨੂੰ ਦੁੱਖ ਦਿੰਦੀ ਏ, ਸਾਧ ਸੰਗਤ ਵੱਡਿਆਂ ਵੱਡਿਆਂ ਦੇ ਈਮਾਨ ਉਦੋਂ ਡੋਲਦੇ ਨੇ। ਬਹੁਤ ਔਖਾ ਹੁੰਦਾ ਹੈ ਭੁੱਖ ਦੀ ਪੀੜਾ ਨੂੰ ਜਰਨਾ। ਬਾਣੀ ਦਾ ਇੱਕ ਵਚਨ ਤੁਸੀਂ ਪੜ੍ਹਦੇ ਹੋ, ਵੇਖੋ ਆਪਾਂ ਨਾਲ ਨਾਲ ਬਾਣੀ ਦੇ ਵਿੱਚੋਂ ਦਰਸ਼ਨ ਜ਼ਰੂਰ ਕਰਨੇ ਨੇ। ਤੁਸੀਂ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹੋ, ਭਗਤ ਸਾਹਿਬਾਨ ਦੇ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ, ਕਿ ਭੁੱਖੇ ਕੋਲੋਂ ਸਤਿਗੁਰ ਭਗਤ ਨਹੀਂ ਹੋਣੀ। ਆ ਮਾਲਾ ਜਿਹੜੀ ਹੈ ਸਤਿਗੁਰ ਜੀ, ਇਹ ਮਾਲਾ ਭਾਵ ਬਾਹਰਮੁਖੀ, ਇਹ ਜਿਹੜੀ ਮਾਲਾ ਹੱਥ ਵਿੱਚ ਫੜ ਕੇ ਭਗਤੀ ਕੀਤੀ ਜਾਂਦੀ ਹੈ। ਬਾਬਾ ਜੀ ਕਹਿੰਦੇ ਇਹ ਭਗਤੀ ਤਾਂ ਹੋਏਗੀ ਜੇ ਪੇਟ ਦੇ ਵਿੱਚ ਰੋਟੀ ਜਾਏਗੀ, ਜੇ ਪੇਟ ਭਰਿਆ ਹੋਏਗਾ। ਤੇ ਜੇ ਪੇਟ ਖਾਲੀ ਹੈ ਤੇ ਬਾਬਾ ਜੀ ਕਹਿੰਦੇ ਸਤਿਗੁਰ ਭਗਤੀ ਨਹੀਂ ਹੋਣੀ। ਪਰ ਧਿਆਨ ਦੇਣਾ, ਉਹਨਾਂ ਨੇ ਇਹ ਨਹੀਂ ਆਖਿਆ ਵੀ ਸਤਿਗੁਰ ਜੀ ਸਾਨੂੰ ਇੰਨੀ ਜਗੀਰ ਮਿਲ ਜਾਏ, ਇੰਨਾ ਧਨ ਮਿਲ ਜਾਏ, ਇੰਨੀ ਦੌਲਤ ਮਿਲ ਜਾਏ। ਉਹਨਾਂ ਮੰਗਿਆ ਬੜਾ ਸੀਮਤ, ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਬੜੀਆਂ ਸੀਮਤ ਦੀਆਂ ਚੀਜ਼ਾਂ ਮੰਗੀਆਂ ਵੀ ਸਤਿਗੁਰ ਆਹ ਕੁਝ ਸਾਨੂੰ ਚਾਹੀਦਾ ਹੈ ਤਾਂ ਕਿ ਸਾਡਾ ਦਿਨ ਚੰਗਾ ਨਿਕਲ ਜਾਏ। ਇੰਨੀ ਕੋ ਕਿਰਪਾ ਕਰੀ ਵੀ ਇੰਨੇ ਦੀ ਕਦੇ ਟੋਟ ਨਾ ਆਵੇ, ਤੇ ਵੱਧ ਅਸੀਂ ਤੇਰੇ ਚਰਨਾਂ ਵਿੱਚੋਂ ਮੰਗਦੇ ਨਹੀਂ। ਸੱਚ ਵਿੱਚ ਸਾਡੀ ਅੱਜ ਮੰਗ ਇੰਨਾ ਕੁਝ ਮਾਲਕ ਦੀ ਕਿਰਪਾ ਨਾਲੇ, ਫਿਰ ਵੀ ਸਾਡੀ ਮੰਗ ਸੱਚ ਵਿੱਚ ਪਦਾਰਥਾਂ ਤੋਂ ਅੱਗੇ ਕਦੀ ਨਾਮ ਤੇ ਨਹੀਂ ਜਾਂਦੀ। ਕਦੀ ਅਸੀਂ ਇਹ ਨਹੀਂ ਕਹਿੰਦੇ ਵੀ ਸਤਿਗੁਰ ਜੀ ਹੈ ਸਭ ਕੁਝ, ਕਿਰਪਾ ਕਰੋ ਹੁਣ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਬਸ ਪਦਾਰਥਾਂ ਤੋਂ ਅੱਗੇ ਕਦੀ ਸੁਰਤ ਨਹੀਂ ਗਈ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਸਿਰਫ ਪਦਾਰਥ ਹੀ ਮੰਗੇ, ਸਾਰੀ ਜ਼ਿੰਦਗੀ ਪਦਾਰਥ ਮੰਗਦਿਆਂ ਹੀ ਲੰਘ ਗਈ। ਖੈਰ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਇੰਨੇ ਲੰਮੇ ਵਕਫੇ ਤੋਂ ਬਾਅਦ ਫਿਰ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਪਹਾੜੀ ਰਾਜਿਆਂ ਨੇ ਪਹਿਲੋਂ ਇੱਕ ਬੇਨਤੀ ਕੀਤੀ। ਪੰਮਾ ਨਾਮ ਦਾ ਜਿਹੜਾ ਪੁਰੋਹਿਤ ਸੀ, ਇਹਦਾ ਜ਼ਿਕਰ ਜਿੰਨੇ ਪੁਰਾਣੇ ਸਰੋਤ ਨੇ ਉਹਨਾਂ ਸਭਨਾਂ ਦੇ ਵਿੱਚ ਮਿਲਦਾ ਹੈ ਵੀ ਇਹ ਆਟੇ ਦੀ ਗਾਂ ਬਣਾ ਕੇ ਲਗਿਆ। ਇਹਨੇ ਜਾ ਕੇ ਕਿਹਾ ਵੀ ਅਸੀਂ ਗਾਂ ਦੀ ਸੌ ਖਾਂਦੇ ਹਾਂ, ਵੀ ਸਤਿਗੁਰ ਤੁਸੀਂ ਕਿਲਾ ਖਾਲੀ ਕਰ ਜਾਓ, ਸਾਨੂੰ ਕਿਲੇ ਨਾਲ ਮਤਲਬ ਹੈ, ਕਿਸੇ ਹੋਰ ਚੀਜ਼ ਨਾਲ ਮਤਲਬ ਨਹੀਂ। ਸਾਹਿਬ ਨੇ ਇਹਦੀ ਗੱਲ ਸੁਣੀ ਤੇ ਗੱਲ ਸੁਣ ਕੇ ਇਹਨੂੰ ਵਾਪਸ ਭੇਜ ਦਿੱਤਾ। ਸਿੱਖਾਂ ਨੇ ਆਖਿਆ ਵੀ ਸਤਿਗੁਰ ਹੁਣ ਉਹ ਕਹਿ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਸਿਰਫ ਇਹਨਾਂ ਦੀਆਂ ਗੱਲਾਂ ਕਹਿਣ ਦੀਆਂ ਨੇ। ਪਾਤਸ਼ਾਹ ਜੀ ਉਹ ਕਿਵੇਂ? ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਤੁਸੀਂ ਇਹਨਾਂ ਦੇ ਅੰਦਰ ਨੂੰ ਨਹੀਂ ਜਾਣਦੇ, ਤੁਸੀਂ ਕਿਲੇ ਤੋਂ ਬਾਹਰ ਨਿਕਲੋਗੇ ਇਹਨਾਂ ਮਿੰਟ ਵੀ ਨਹੀਂ ਲਾਣਾ, ਇਹਨਾਂ ਦੀਆਂ ਫੌਜਾਂ ਤੁਹਾਡੇ ਤੇ ਚੜ ਕੇ ਆ ਜਾਣਗੀਆਂ। ਸਤਿਗੁਰ ਇਹ ਕਿਵੇਂ ਹੋ ਸਕਦਾ ਹੈ? ਇਹ ਆਪ ਹੱਥ ਜੋੜ ਕੇ ਕਹਿ ਰਹੇ ਨੇ ਤੇ ਪਾਤਸ਼ਾਹ ਜੀ ਨੇ ਉਹਦਾ ਪ੍ਰਤੱਖ ਪ੍ਰਮਾਣ ਦਿੱਤਾ। ਇਤਿਹਾਸ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਮੈਕਾਲਿਫ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਵੀ ਸਾਹਿਬ ਨੇ ਕੁਝ ਗੱਡੇ, ਉਹਨਾਂ ਦੇ ਵਿੱਚ ਹੱਡੀਆਂ ਜਿਹੜੇ ਮਰ ਚੁੱਕੇ ਅੰਦਰ ਪਸ਼ੂ ਸਨ, ਜਾਂ ਫਿਰ ਟੁੱਟੀਆਂ ਹੋਈਆਂ ਜੁੱਤੀਆਂ, ਹੋਰ ਲੱਕੜ ਆਦਿਕ ਸਮਾਨ ਜਿਹੜਾ ਸੀ ਗੱਡਿਆਂ ਦੇ ਵਿੱਚ ਭਰ ਕੇ ਉੱਤੋਂ ਰੇਸ਼ਮੀ ਕੱਪੜਿਆਂ ਨਾਲ ਢਕੇ ਆਨੰਦਪੁਰ ਸਾਹਿਬ ਤੋਂ ਬਾਹਰ ਉਹ ਕਿਲੇ ਗੱਡੇ ਬਾਹਰ ਕੱਢੇ। ਜਿਵੇਂ ਉਹ ਬਾਹਰ ਗਏ ਇਹ ਮੁਗਲ ਫੌਜ ਜਿਹੜੀ ਸੀ ਟੁੱਟ ਕੇ ਉਹਨਾਂ ਗੱਡਿਆਂ ਤੇ ਪੈ ਗਈ ਵੀ ਇਹਦੇ ਵਿੱਚ ਪਤਾ ਨਹੀਂ ਕਿਹੜਾ ਕੀਮਤੀ ਸਾਜੋ ਸਮਾਨ ਹੈ। ਸਾਹਿਬ ਨੇ ਆਖਿਆ ਵੇਖਿਆ ਕੁਝ ਦਿਨ ਗੱਲ ਇਸੇ ਤਰ੍ਹਾਂ ਰਹੀ। ਫਿਰ ਇਤਿਹਾਸ ਲਿਖਦਾ ਹੈ ਜਿਹੜੇ ਗੁਰਬਖਸ਼ ਸਿੰਘ ਜੀ ਗੁਲਸ਼ਨ ਨੇ ਉਹਨਾਂ ਜ਼ਫਰਨਾਮੇ ਦਾ ਜਿਹੜਾ ਟੀਕਾ ਕੀਤਾ ਤਾਂ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਸਾਹਮਣੇ ਔਰੰਗਜ਼ੇਬ ਦੇ ਕੁਰਾਨ ਦੇ ਉੱਪਰ ਇੱਕ ਚਿੱਠੀ ਲਿਖ ਕੇ ਭੇਜੀ ਜਿੰਦੇ ਵਿੱਚ ਆਪਣੇ ਦਸਤਖਤ ਕੀਤੇ ਸਨ। ਹਾਲਾਂਕਿ ਉਹਨਾਂ ਗੁਲਸ਼ਨ ਜੀ ਨੇ ਗੱਲ ਲਿਖੀ ਕਰਨ ਲੱਗੇ ਚਿੱਠੀ ਇੱਕ ਬੰਦੇ ਦੇ ਕੋਲੋਂ ਬੜਾ ਲੰਮਾ ਸਮਾਂ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਉਸ ਬੰਦੇ ਦਾ ਨਾਮ ਵੀ ਕੋਟ ਕੀਤਾ, ਮੇਰੇ ਧਿਆਨ ਵਿੱਚ ਨਹੀਂ ਵੀ ਉਹਦੇ ਕੋਲੋਂ ਸੀ। ਉਹ ਮੰਨ ਵੀ ਗਿਆ ਸੀ ਵੀ ਇਹਦੇ ਬਦਲੇ ਦੇ ਵਿੱਚ ਮੈਂ ਤੁਹਾਨੂੰ ਮਾਇਆ ਦੇ ਕੇ ਚਿੱਠੀ ਦੇ ਦਿਆਂਗਾ, ਪਰ ਬਾਅਦ ਵਿੱਚ ਉਹ ਮੁੱਕਰ ਗਿਆ, ਉਹਨੇ ਚਿੱਠੀ ਦਿੱਤੀ ਨਹੀਂ। ਹਾਲਾਂਕਿ ਉਸ ਕੁਰਾਨ ਦੀ ਜਦੋਂ ਸਹੁੰ ਖਾਧੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਵਕਤ ਆਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਖਾਲੀ ਕਰਨ ਦੇ ਲਈ ਸਹਿਮਤੀ ਜਤਾਈ। ਧਿਆਨ ਦੇਣਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ 9 ਸਾਲ ਦੀ ਉਮਰ ਸੀ ਸਤਿਗੁਰਾਂ ਦੀ, ਜਿਦਨ ਪੰਡਤ ਕਿਰਪਾ ਰਾਮ ਜੀ ਹੋਰਾਂ ਨੇ ਆ ਕੇ ਧਰਮ ਦਾ ਵਾਸਤਾ ਪਾਇਆ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡਾ ਧਰਮ ਜਿਹੜਾ ਹੈ ਉਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਹੈ। ਜੇ ਤੁਸੀਂ ਸਾਡੀ ਬਾਹ ਨਾ ਫੜੀ ਤੇ ਸਾਨੂੰ ਕੋਈ ਹੋਰ ਰਸਤਾ ਨਹੀਂ ਨਜ਼ਰ ਆਉਂਦਾ।
ਧਰਮ ਦਾ ਵਾਸਤਾ ਪਾਇਆ ਸੀ ਉਹਨਾਂ ਪੰਡਤਾਂ ਨੇ, ਤੇ ਮੇਰੇ ਸਤਿਗੁਰ ਪਾਤਸ਼ਾਹ ਜੀ ਆਪਣਾ ਸੀਸ ਦੇਣ ਲਈ ਤੁਰ ਪਏ। ਅੱਜ ਧਰਮ ਦਾ ਵਾਸਤਾ ਪਾਇਆ। ਔਰੰਗਜ਼ੇਬ ਨੇ ਕੁਰਾਨ ਦੇ ਉੱਪਰ ਚਿੱਠੀ ਲਿਖ ਕੇ ਭੇਜੀ, ਨਾਲ ਪਹਾੜੀ ਰਾਜਿਆਂ ਨੇ ਜਨੇਊ ਭੇਜਿਆ ਵੀ ਸਾਨੂੰ ਸਹੁੰ ਹੈ ਆਪਣੇ ਧਰਮ ਦੀ। ਤੇ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਦੀ ਸਹੁੰ ਨੂੰ, ਇਹਨਾਂ ਦੇ ਵਾਅਦਿਆਂ ਤੇ ਸਤਿਗੁਰ ਨੇ ਭਰੋਸਾ ਨਹੀਂ ਕੀਤਾ। ਸਿਰਫ ਜਦੋਂ ਇਹਨਾਂ ਧਰਮ ਦੀ ਸਹੁੰ ਖਾ ਕੇ, ਕੁਰਾਨ ਦੀ ਸਹੁੰ ਖਾ ਕੇ ਬਚਨ ਕਹੇ, ਮੇਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਵਕਤ ਆਨੰਦਪੁਰ ਸਾਹਿਬ, ਜਿਹੜੀ ਥਾਂ ਗੁਰੂ ਪਿਤਾ ਨੇ ਆਪਣੇ ਮਾਇਆ ਨਾਲ, ਆਪਣੇ ਸਮੇਂ ਦੇ ਵਿੱਚ, ਹਯਾਤੀ ਵਿੱਚ ਖਰੀਦੀ, ਮੇਰੇ ਸਤਿਗੁਰ ਪਾਤਸ਼ਾਹ ਜੀ ਦਾ ਉਸ ਸਥਾਨ ਛੱਡਣ ਲਈ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਤਿਆਰ ਹੋ ਗਏ। ਮੈਂ ਬੜੀ ਬੜੀ ਬੇਨਤੀ ਕਰਨਾ ਵੀ ਸੱਚ ਇਹੀ ਹੈ ਕਿ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਜ਼ਮਤ ਵੇਖੋ। ਜੇ ਉਹਨਾਂ ਨੇ ਬਾਹਰ ਮੁਖੀ ਗੱਲਾਂ ਕੀਤੀਆਂ, ਸਤਿਗੁਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਜਤਾਇਆ ਵੀ ਵੇਖੋ ਗੱਡੇ ਭਰ ਕੇ ਸਮਾਨ ਦੇ ਬਾਹਰ ਭੇਜੇ, ਵੀ ਵੇਖੋ ਇਹ ਕਿਵੇਂ ਆਪਣੇ ਅੰਦਰ ਦੇ ਲਾਲਚ ਨੂੰ, ਪਾਜ ਨੂੰ ਉਘੇੜਦੇ ਨੇ। ਉਹਨਾਂ ਟੁੱਟ ਕੇ ਗੱਡਿਆਂ ਤੇ ਪੈ ਗਏ। ਪਰ ਜਦੋਂ ਧਰਮ ਦੀ ਸਹੁੰ ਖਾਧੀ, 9 ਸਾਲ ਦੀ ਉਮਰ ਵਿੱਚ ਸੀ, ਪਿਤਾ ਨੂੰ ਆਖਿਆ ਵੀ ਤੁਹਾਡੇ ਤੋਂ ਵੱਡਾ ਕੌਣ ਹੈ? ਤੇ ਧਿਆਨ ਦੇਣਾ, ਅੱਜ 29 ਸਾਲ ਬਾਅਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ 29 ਸਾਲ ਬਾਅਦ ਅੱਜ ਫਿਰ ਸਹੁੰ ਖਾਧੀ ਹੈ ਧਰਮ ਦੀ। ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਦੀ ਸਹੁੰ ਤੇ ਇਤਬਾਰ ਕੀਤਾ ਤੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ। 6 ਪੋਹ ਦੀ ਰਾਤ ਨੂੰ ਸਤਿਗੁਰ ਜੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਤੋਂ ਨਿਕਲਦੇ ਨੇ, ਸਰਸਾ ਨਦੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਤੱਕ ਪਹੁੰਚਦੇ ਨੇ। ਤੇ ਇਤਿਹਾਸ ਲਿਖਦਾ ਹੈ ਵੀ ਜਦੋਂ ਸਤਿਗੁਰ ਜੀ ਕੀਰਤਪੁਰ ਸਾਹਿਬ ਜੀ ਦੇ ਕੋਲੋਂ ਪਹੁੰਚੇ ਸਨ, ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ, ਪਿੱਛੋਂ ਅਜਮੇਰ ਚੰਦ ਜਿਹੜਾ ਪਹਾੜੀ ਰਾਜਾ ਸੀ, ਇੱਕ ਗੱਲ ਧਿਆਨ ਵਿੱਚ ਰੱਖੋ, ਇਹ ਪਹਾੜੀ ਰਾਜੇ, ਇਹਨਾਂ ਨੇ ਸਤਿਗੁਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਕਤ, ਇਹਨਾਂ ਦੇ ਜਿਹੜੇ ਵੱਡੇ ਸਨ, ਜਿਨ੍ਹਾਂ ਨੂੰ ਅਸੀਂ ਗੁਰੂ ਪਾਤਸ਼ਾਹ ਜੀ ਦੇ ਵਕਤ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਗਵਾਲੀਅਰ ਦੇ ਕਿਲੇ ਵਿੱਚ ਇਹਨਾਂ ਫਰਿਆਦਾਂ ਕੀਤੀਆਂ ਸਨ ਵੀ ਕਿਰਪਾ ਕਰੋ ਸਾਨੂੰ ਰਿਹਾ ਕਰਵਾਓ ਇੱਥੋਂ, ਅਸੀਂ ਜੇ ਇੱਥੇ ਰਹੇ ਤੇ ਸਤਿਗੁਰ ਜੀ ਇੱਕ ਦਿਨ ਮੌਤ ਆ ਜਾਏਗੀ, ਮਰ ਜਾਵਾਂਗੇ, ਪਰ ਇਸ ਕਿਲੇ ਤੋਂ ਬਾਹਰ ਨਹੀਂ ਨਿਕਲ ਸਕਦੇ, ਤੁਹਾਡੀ ਕਿਰਪਾ ਹੋਏਗੀ ਤੇ ਸਤਿਗੁਰ ਇਹਦੇ ਤੋਂ ਬਾਹਰ ਨਿਕਲ ਜਾਵਾਂਗੇ। ਸਾਹਿਬ ਨੇ 52 ਕਲੀਆਂ ਦਾ ਚੋਲਾ ਸਿਲਵਾਇਆ। ਇਹ ਪਹਾੜੀ ਰਾਜੇ ਸਨ, ਜਦੋਂ ਸਤਿਗੁਰਾਂ ਪਾਤਸ਼ਾਹ ਜੀ ਦਾ ਚੋਲਾ ਫੜ ਕੇ, ਲੜ ਫੜ ਕੇ ਬਾਹਰ ਨਿਕਲੇ ਸਨ। ਤੇ ਧਿਆਨ ਦੇਣਾ, ਕਿੰਨਾ ਕੁ ਸਮਾਂ ਲੰਘਿਆ, ਅੱਜ ਫਿਰ ਉਹੀ ਪਹਾੜੀ ਰਾਜੇ ਨੇ, 22 ਧਾਰ ਦੇ ਰਾਜੇ ਨੇ, ਜਿਨ੍ਹਾਂ ਦੇ ਵੱਡਿਆਂ ਵਿੱਚੋਂ ਪੰਡਤ ਕਿਰਪਾ ਰਾਮ ਵਰਗਿਆਂ ਨੇ ਧਰਮ ਦਾ ਵਾਸਤਾ ਪਾ ਕੇ ਆਖਿਆ ਸੀ ਸਾਡੀ ਜਾਨ ਬਚਾ ਲਓ। ਸੱਚ ਵਿੱਚ ਗੁਰਮਖੋ, ਅੱਜ ਸਭ ਕੁਝ ਭੁੱਲ ਕੇ ਅਜਮੇਰ ਚੰਦ ਨੇ ਆ ਕੇ ਔਰੰਗਜ਼ੇਬ ਨੂੰ ਇਹ ਬਚਨ ਕਹੇ ਸਨ ਵੀ ਇਹਨਾਂ ਨੂੰ ਇੱਥੋਂ ਜਾਣ ਨਹੀਂ ਦੇਣਾ ਚਾਹੀਦਾ, ਇਹਨਾਂ ਨੂੰ ਇੱਥੋਂ ਲੰਘਦੇ ਇਹਨਾਂ ਦੇ ਉੱਪਰ ਪਿੱਛੋਂ ਹੱਲਾ ਕਰ ਦੇਣਾ ਚਾਹੀਦਾ। ਸਤਿਗੁਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ। ਇੱਥੇ ਪਹੁੰਚਦੇ ਇਹਨਾਂ ਨੇ ਪਿੱਛੋਂ ਹਮਲਾ ਕਰਨ ਦੇ ਲਈ ਫੌਜਾਂ ਤੈਨਾਤ ਕਰ ਦਿੱਤੀਆਂ, ਪਿੱਛੇ ਪਿੱਛੇ ਫੌਜਾਂ ਨੇ। ਇੱਥੇ ਸਤਿਗੁਰ ਜੀ ਨੇ 3 ਹਿੱਸਿਆਂ ਦੇ ਵਿੱਚ ਆਪਣੀ ਫੌਜ ਨੂੰ ਵੰਡਿਆ। ਸਭ ਤੋਂ ਅੱਗੇ ਸਨ ਭਾਈ ਮਨੀ ਸਿੰਘ ਜੀ, ਉਹਨਾਂ ਨਾਲ ਇੱਕ ਦਸਤਾ, ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਤੇ ਸਭ ਤੋਂ ਪਿੱਛੇ ਜਿਹੜੇ ਸਨ ਉਹਨਾਂ ਵਿੱਚ ਉਸ ਦਸਤੇ ਦੇ ਅੰਦਰ ਭਾਈ ਜੀਵਨ ਸਿੰਘ ਜੀ ਸ਼ਹੀਦ, ਜਿਨ੍ਹਾਂ ਦੀ ਕੱਲ ਸ਼ਹਾਦਤ ਸੀ। ਕੱਲ ਜਿਹੜੇ ਆਪ ਵਿੱਚੋਂ ਗੁਰਮੁਖ ਆਏ, ਆਪਾਂ ਉਹਨਾਂ ਦਾ ਸਾਰਾ ਜੀਵਨ ਕੱਲ ਸਮਝਿਆ ਸੀ ਵੀ ਕਿਵੇਂ ਕਿਵੇਂ ਉਹਨਾਂ ਗੁਰੂ ਦੇ ਚਰਨਾਂ ਵਿੱਚ ਸੇਵਾਵਾਂ ਨਿਭਾਈਆਂ। ਭਾਈ ਉਦੈ ਸਿੰਘ ਜੀ ਜਿਹੜੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ, ਤੇ ਸਭ ਤੋਂ ਪਿੱਛੇ ਸਨ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ। ਇਹ ਬਾਬਾ ਅਜੀਤ ਸਿੰਘ ਜੀ ਇਸ ਜਥੇ ਦੇ ਵਿੱਚ ਸਭ ਤੋਂ ਪਿੱਛੇ ਸਨ। ਇਹ ਜਥਾ ਜਦੋਂ ਸਰਸਾ ਨਦੀ ਦੇ ਕੰਢੇ ਤੇ ਆਇਆ, ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪਿੱਛੋਂ ਫੌਜ ਹੈ, ਜਿਨ੍ਹਾਂ ਨੇ ਪਿੱਛੋਂ ਹੱਲਾ ਕੀਤਾ ਹੈ। ਇਸ ਹਮਲੇ ਦੇ ਅੰਦਰ ਸ਼ਹੀਦ ਭਾਈ ਜੀਵਨ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਭਾਈ ਉਦੈ ਸਿੰਘ ਜੀ, ਭਾਈ ਮਨੀ ਸਿੰਘ ਜੀ ਦੇ ਪੁੱਤਰ, ਉਹ ਸ਼ਹੀਦ ਹੁੰਦੇ ਨੇ। ਭਾਈ ਬਚਿੱਤਰ ਸਿੰਘ ਜੀ, ਉਹਨਾਂ ਨੂੰ ਇੰਨਾ ਡੂੰਘਾ ਫੱਟ ਵੱਜਦਾ ਹੈ ਕਿ ਉਹ ਇਸ ਐਸੀ ਹਾਲਤ ਵਿੱਚ ਸਨ ਕਿ ਬਾਬਾ ਅਜੀਤ ਸਿੰਘ ਜੀ ਉਹਨਾਂ ਨੂੰ ਆਪਣੇ ਨਾਲ ਪਿੱਛੇ ਲੈ ਕੇ ਉਸ ਸਮੇਂ ਦੇ ਅੰਦਰ ਨਿਕਲੇ, ਸਰਸਾ ਨੂੰ ਪਾਰ ਕੀਤਾ। ਸਰਸਾ ਨੂੰ ਪਾਰ ਕਰਦਿਆਂ ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
इतिहास आपां सारे जानते हैं। सिर्फ टूक मात्र बेनती जिहड़ी करनी है भी चमकौर दी गढ़ी विच जदों सतगुर पहुंचे तो उत्थे अज दे दिन की कुछ वापरिया। इथों सतगुर पातशाह जी दे परिवार दे अंदर माता गुजर कौर छोटे साहिबजादे उस सरसा नदी नूं पार करके एक वखरी दिशा वल चलदे ने, क्योंकि सरसा दा बहाव बड़ी तेज सी। इहदे विच सतगुरां दा एक कीमती ग्रंथ जिन्हों विद्या सागर कहा जाता है, ध्यान देना, ये लिखिया जाता है भी इस दा भार तकरीबन 9 मन सी। इन्ना वड्डा एक ग्रंथ सी जिहड़ा सरसा दी भेट चढ़िया। बाद विच जिन्हां गुरसिखां नूं कुछ शब्द याद सन, बाणियां याद सन, इन्हां विचों ओ भी सन जिन्हां नूं सतगुर पातशाह जी आप सुन के ते नियामतां देंदे सन। जिहड़े वड्डे वड्डे कवि सन उन्हां दीयां रचनावां ते बहुत कुछ इहदे विच सी जिहड़ा सरसा दी भेट चढ़िया। मेरे सतगुर पातशाह जी इथों फिर पार निकल के वड्डे साहिबजादे बाबा अजीत सिंह, बाबा जुझार सिंह अते नाल तकरीबन 34 दे करीब सिख ते 5 प्यारे इस सतगुर पातशाह जी दे नाल चमकौर दी गढ़ी तक दा सफर करदे। चमकौर दी गढ़ी 7 तरीक पो 7 पो सवेरे। ध्यान देना, मैं तां इन्हां महीनिਆਂ ਦੀਆਂ तरीकां नूं कह रहा क्योंकि ਜਿਹੜੇ दसंबर दा महीना है, तुसीं वेखिया होगा पिछले साल शहादत दे दिन 22 ते 27 सन, इस साल 23 ते 28 ਇਹ ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਪੋਹ ਦਾ ਮਹੀਨਾ ਹੈ, ਜਿਹੜੀਆਂ ਇਹ ਦਿਨ ਨੇ, ਕਿਉਂਕਿ ਜਿਹੜੀ ਕੈਲੰਡਰ ਦਾ, ਕਿਉਂਕਿ ਮੈਨੂੰ ਇੰਨੀ ਨੌਲੇਜ ਨਹੀਂ, ਪਰ ਕੈਲੰਡਰ ਦਾ ਜਿਹੜਾ ਹਿਸਾਬ ਕਿਤਾਬ ਹੈ, ਜਿਹੜੀਆਂ ਸੂਰਜ ਦੇ ਨਾਲ ਮਿੱਥੇ ਹੋਏ ਕੈਲੰਡਰ ਨੇ, ਬਣਦੇ ਕੈਲੰਡਰ ਨੇ, ਉਹਨਾਂ ਦੇ ਅੰਦਰ ਤੇ ਚੰਦਰਮਾ ਨਾਲ ਮਿਲਿਆ ਹੋਇਆ ਕੈਲੰਡਰ, ਦੋਨਾਂ ਦੇ ਅੰਦਰ ਫਰਕ ਹੁੰਦਾ। ਉਹ ਫਰਕ ਨੂੰ ਪੂਰਾ ਕਰਨ ਦੇ ਲਈ, ਕਿਉਂਕਿ ਚੰਦਰਮਾ ਦੇ ਜਿਹੜੇ ਦਿਨ ਨੇ ਉਹ ਜੇ ਦੇਖਿਆ ਜਾਏ ਤੇ 28 ਦਿਨ ਦਾ ਸਮਾਂ ਬਣਦਾ। हर महीने 2 दिन ते साल दे अंदर तकरीबन 1 महीना जिहड़ा चंद्रमा दा घट जांदा है, उहनूं फिर कहंदे ने वधी ते सुधी। ये जिहड़े आप जिहड़े महीने संग्रांद मनांदे हो, जिहड़े महीने चेत, बैसाख, जेठ, हाड़, ये इसे करके वधी ते सुधी चलदी है नाल। वधी ते सुधी दा संबंध यही इन्हां दे विच। धन गुरु गोबिंद सिंह पातशाह जी उन्हां ने जिस वक्त इथों बाहर निकले ने सरसा तो, भाई बचित्र सिंह जी उन्हां दी हालत बहुत जख्मी सन। इथों सतगुरु जी कोटला निहंग खां पहुंचते हैं। निहंग खां दे घर दे विच कोटले दे अंदर ये निहंग खां गुरु घर दा बड़ा श्रद्धालु सी। इहदे घर दे अंदर भाई बचित्र सिंह जी दा मलम पट्टी कीती जांदी, उन्हां दा इलाज होण दे लई इस थां ते भाई बचित्र सिंह जी नूं छड्ड दिंदे ने सतगुरु जी। निहंग खां दी जिम्मेदारी लगदी है भी तुसीं इन्हां दी संभाल करनी, इन्हां नूं वेखना है। इन्हां दी जिहड़ी बेटी सी मुमताज, इतिहास लिखदा है ये इस बच्ची दी बड़ी वड्डी कालना सी। ध्यान देना, गुरु ते भरोसा रखण वालियां दा इतफाक वेखो, गुरु नाल प्यार किन्ना है। ये जिहड़ी मुमताज सी, इतिहास लिखदा है भी जदों सतगुरु जी इत्थों गए ना ते पिछे जिहड़ा मुलखैया सी जबरदस्त खां, जिहड़ा इत्थों दा नवाब सी इस इलाके दा, उन्होंने पता लगा भी गुरु पातशाह जी इस पासे नूं आए ने। वो घरां दीयां तलाशियां लेंदियां लेंदियां निहंग खां दे घर पहुंच गया ते कहंदा निहंग खां नूं भी सानूं पता लगा भी गुरु गोबिंद सिंह पातशाह जी इस पासे आए ने, तुहाडे घर दी तलाशी लैनी। ते भाई बचित्र सिंह जी अंदर सन, जख्मी हालत विच सन। उन्हां दी हालत जिहड़ी सी समय दे दरमियान खराब हुंदी जा रही सी, क्योंकि पूरा इलाज नहीं सी मिल पा रहा। इस करके निहंग खां ने उन्हें अपनी पुत्री नूं, बच्ची नूं उस कमरे दे अंदर उस सेवा विच सी नाल, भाई बचित्र सिंह जी दी मलम पट्टी सेवा विच जुड़े हुए सन, दरवाजा बंद कर दिता। सारे घर दी तलाशी लई ते सारे घर दी तलाशी तो बाद जदों इस कमरे विच जान लगे ते निहंग खां ने कोई गल आखी, कहण लगे इस कमरे दे विच मेरा धी ते मेरे जवाई इस कमरे विच ने, तू भी परिवार वाला है, तेरे परिवार विच भी ने, परिवार भी। इन्हें जो परिवार का वास्ता पाया तो इन्हें घर की जबरदस्त खां ने घर की तलाशी नहीं लई, वो चला गया। इत्थे भाई बचित्र सिंह जी की 9 पोह नूं अज 8 कल दे दिन उन्हां दी एक दिन बाद वो शहादत हो जाती, शहीद हो जाते। इत्थे ही पिंड तो बाहर
ਨਿਹੰਗ ਖਾਂ ਉਹਨਾਂ ਦੇ ਸਰੀਰ ਦਾ ਸੰਸਕਾਰ ਕਰਦੇ ਨੇ। ਪਰ ਇਸ ਬੇਟੀ ਨੇ, ਮੁਮਤਾਜ਼ ਨੇ, ਜਦੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਇਹ ਗੱਲ ਚੱਲੀ ਵੀ ਇਹ, ਕਿਉਂਕਿ ਇੱਕ ਪੱਟੀ ਵਿਆਹੇ ਹੋਏ ਸਨ ਮੁਲਤਾਨਾ ਦੇ ਪਿੰਡ, ਇਹਨੂੰ ਜਦੋਂ ਕਿਹਾ ਗਿਆ ਵੀ ਤੁਹਾਡੇ ਵਿਆਹ ਦੇ ਲਈ ਸਮਾਂ ਬਣਾਇਆ ਗਿਆ, ਉਹ ਲਿਖਿਆ ਗਿਆ, ਤੇ ਇਸ ਬੱਚੀ ਨੇ ਕਿਹਾ ਵੀ ਪਿਤਾ ਜੀ ਮੈਂ ਸ਼ਾਦੀ ਨਹੀਂ ਕਰਨੀ। ਉਹਨੇ ਕਿਹਾ ਵੀ ਸਾਰਾ, ਕਿਉਂਕਿ ਰਿਸ਼ਤਾ ਪਹਿਲਾਂ ਹੋ ਚੁੱਕਾ ਸੀ, ਤੇ ਇਹਨਾਂ ਨੇ ਕਿਹਾ ਵੀ ਐਸਾ ਕਿਉਂ? ਤੇ ਬੱਚੀ ਮੁਮਤਾਜ਼ ਨੇ ਆਖਿਆ ਪਿਤਾ ਜੀ ਜਿਸ ਦਿਨ ਤੁਸੀਂ ਇਹ ਬਚਨ ਕਹੇ ਸਨ, ਜਦੋਂ ਬਚਿੱਤਰ ਸਿੰਘ ਕਮਰੇ ਦੇ ਅੰਦਰ ਸਨ, ਤੇ ਤੁਸੀਂ ਆਪ ਇਹ ਬਚਨ ਕਹੇ ਸਨ ਮੁਗਲ ਫੌਜ ਦੇ ਜਰਨੈਲ ਨੂੰ ਵੀ ਅੰਦਰ ਮੇਰੀ ਧੀ ਤੇ ਮੇਰਾ ਜਵਾਈ ਹੈ, ਮੈਂ ਉਸ ਦਿਨ ਤੋਂ ਬਚਿੱਤਰ ਸਿੰਘ ਨੂੰ ਆਪਣਾ ਖਾਵੰਦ ਮੰਨ ਲਿਆ ਸੀ। ਇਹਨੇ ਤਕਰੀਬਨ 131 ਸਾਲ ਇਹਨਾਂ ਦੀ ਉਮਰ ਹੋਈ ਹੈ ਮੁਮਤਾਜ਼ ਦੀ। ਬੀਬੀ ਮੁਮਤਾਜ਼ ਜਿਹੜੇ ਨੇ ਇਸੇ ਪਿੰਡ ਦੇ ਅੰਦਰ, ਪਿੰਡ ਤੋਂ ਬਾਹਰ ਇਹਨਾਂ ਦੀ ਇੱਕ ਥਾਂ ਬਣੀ ਹੋਈ ਹੈ, ਕਬਰ ਬਣੀ ਹੋਈ ਹੈ, ਜਿੱਥੇ ਲੋਕ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੀਸ ਝੁਕਾਉਂਦੇ ਨੇ। ਇਹ ਬੀਬੀ ਮੁਮਤਾਜ਼ 131 ਸਾਲ ਜੀ ਕੇ ਗਏ ਨੇ, ਪਰ ਭਾਈ ਬਚਿੱਤਰ ਸਿੰਘ ਉਹਨਾਂ ਨੂੰ ਇਹਨਾਂ ਨੇ ਆਪਣਾ ਖਵੰਦ ਮੰਨਿਆ। ਉਸ ਤੋਂ ਬਾਅਦ ਇਹਨਾਂ ਵਿਆਹ ਨਹੀਂ ਕੀਤਾ। 131 ਸਾਲ ਦੀ ਉਮਰ ਇਹਨਾਂ ਨੇ ਇਸ ਧਰਤੀ ਤੇ ਗੁਜ਼ਾਰੀ। ਸੱਚ ਵਿੱਚ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਗੁਰੂ ਤੇ ਇਤਫਾਕ ਭਰੋਸਾ ਬਣਾਇਆ ਹੈ, ਸਾਧ ਸੰਗਤ ਤੇ ਸਾਰੀ ਕਲਾ ਜਿਹੜੀ ਹੈ ਸਤਿਗੁਰ ਦੀ ਪਾਵਨ ਬਾਣੀ ਦੀ ਹੈ। ਅਸੀਂ ਕਿਤੇ ਥੋੜਾ ਜਿਹਾ ਇਸ ਚੀਜ਼ ਵਿੱਚੋਂ ਬਾਹਰ ਨਿਕਲ ਕੇ ਸੋਚੀਏ ਜਿੱਥੇ ਅਸੀਂ ਅੱਜ ਖੜੇ ਹੋਏ ਹਾਂ। ਕਾਰਨ ਇਹੀ ਹੈ, ਜਦੋਂ ਜਦੋਂ ਅਸੀਂ ਬਾਣੀ ਤੋਂ ਦੂਰ ਹੋਵਾਂਗੇ, ਇੱਕ ਗੱਲ ਚੇਤੇ ਰੱਖਿਓ, ਬਾਣੀ ਤੋਂ ਦੂਰ ਹੋਣ ਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਏਗਾ। ਇਹ ਜਿਹੜਾ ਖਮਿਆਜ਼ਾ ਹੈ, ਇਹ ਭਾਵੇਂ ਆਰਥਿਕ ਤੌਰ ਤੇ ਨਾ ਹੋਵੇ, ਪਰ ਸੱਚ ਇਹ ਹੈ ਸਰੀਰਕ ਤੌਰ ਤੇ ਤੇ ਸਮਾਜਿਕ ਤੌਰ ਤੇ ਖਮਿਆਜ਼ਾ ਬੜਾ ਡੂੰਘਾ ਹੋਏਗਾ। ਇਹ ਅਸੀਂ ਸਭ ਜਾਣਦੇ ਹਾਂ ਕਿ ਜਿਸ ਪਾਸੇ ਨੂੰ ਸਾਡੀ ਜਨਰੇਸ਼ਨ ਜਾ ਰਹੀ ਹੈ, ਇਹ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ। ਤੁਸੀਂ ਕਦੀ ਵੇਖੋ ਨੌਜਵਾਨ ਬੱਚੇ ਜਿਹੜੇ ਆਪਣੇ ਆਪ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ ਕਹਿੰਦੇ ਨੇ, ਆਪਣੇ ਆਪ ਨੂੰ ਗੁਰੂ ਦੇ ਪਾਤਸ਼ਾਹ ਜੀ ਦੇ ਬੱਚੇ ਕਹਿੰਦੇ ਨੇ, ਪਰ ਸੱਚ ਇਹ ਹੈ ਅੱਜ ਜਦੋਂ ਉਹਨਾਂ ਦੇ ਚਿਹਰਿਆਂ ਤੇ ਦਾੜੀਆਂ ਕੋਈ ਨਹੀਂ, ਸਿਰਾਂ ਤੇ ਕੇਸ ਕੋਈ ਨਹੀਂ, ਕੇਸ ਦੀ ਥਾਂ ਤੇ ਟੋਪੀਆਂ ਪਾ ਕੇ ਘੁੰਮਦੇ ਨੇ ਤੇ ਨਸ਼ਿਆਂ ਦੇ ਵਿੱਚ ਗੁਲਤਾਨ ਨੇ। ਇਹ ਸਭ ਖਾਮਿਆਜ਼ਾ ਇਸੇ ਕਰਕੇ ਕਿਉਂਕਿ ਅਸੀਂ ਸਤਿਗੁਰ ਕੀ ਪਾਵਨ ਬਾਣੀ ਤੋਂ ਦੂਰ ਹੋ ਗਏ। ਬਾਣੀ ਤੋਂ ਦੂਰ ਹੋਵਾਂਗੇ, ਇਤਿਹਾਸ ਤੋਂ ਦੂਰ ਹੋਵਾਂਗੇ, ਤੇ ਇਹ ਚੀਜ਼ਾਂ, ਹਾਂ ਇਹ ਹੁਣ ਕੁਝ ਪਿਛਲੇ ਸਮੇਂ ਤੋਂ ਜ਼ਰੂਰ ਥੋੜਾ ਫਰਕ ਪਿਆ ਹੈ। ਜਦੋਂ ਦਾ ਇਹਨਾਂ ਦਿਨਾਂ ਨੂੰ ਅਸੀਂ ਸਫਰੇ ਸ਼ਹਾਦਤ ਦੇ ਦਿਨ ਜਿਹੜੇ ਨੇ, 7 ਦਿਨ ਜਿਹੜੇ ਨੇ, ਇਹਨਾਂ ਨੂੰ ਅਸੀਂ ਬੜੇ ਉੱਚੇ ਲੈਵਲ ਤੇ ਇਸ ਢੰਗ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਬਾਣੀ ਸੁਣ ਕੇ ਜਦੋਂ ਦਾ ਪ੍ਰਣ ਕੀਤਾ ਹੈ, ਥੋੜਾ ਜਿਹਾ ਇਸ ਆਉਣ ਵਾਲੀ ਜਨਰੇਸ਼ਨ ਦੇ ਅੰਦਰ ਫਰਕ ਜ਼ਰੂਰ ਪਿਆ। ਖੈਰ ਸਤਿਗੁਰ ਜੀ ਚਮਕੌਰ ਦੀ ਗੜੀ ਅੰਦਰ ਪਹੁੰਚਦੇ ਨੇ। ਧਿਆਨ ਦੇਣਾ, ਇੱਥੋਂ ਦਾ ਜਿਹੜਾ ਬਿਰਤਾਂਤ ਹੈ ਉਹ ਬੜਾ ਭਾਵਪੂਰਤ ਹੈ। ਇੱਥੇ ਜਦੋਂ ਸਤਿਗੁਰ ਜੀ ਇਸ ਗੜੀ ਅੰਦਰ, ਕਿਉਂਕਿ ਇੱਥੋਂ ਦਾ ਜਿਹੜਾ ਗੜੀ ਦਾ ਮਾਲਕ ਸੀ ਬਿਧੀ ਚੰਦ, ਜਿਹਨੂੰ ਬੁੱਧੀ ਚੰਦ ਰਾਵਤ ਵੀ ਆਖਿਆ ਜਾਂਦਾ ਹੈ, ਇਹਨੇ ਆਪ ਸਤਿਗੁਰ ਜੀ ਰੋਪੜ ਦੇ ਬਾਹਰ ਟਿਕੇ ਹੋਏ ਸਨ। ਇਹਨੇ ਆਪ ਆ ਕੇ ਬੇਨਤੀ ਕੀਤੀ ਸੀ ਸਤਿਗੁਰ ਨੂੰ ਵੀ ਸਤਿਗੁਰ ਜੀ ਬਾਹਰ ਖੁੱਲੇ ਮੈਦਾਨ ਅੰਦਰ ਤੁਸੀਂ ਲੜੋਗੇ ਤੇ ਫੌਜਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ, ਤੁਸੀਂ 40-42 ਸਿੱਖ, ਕਿੰਨੀ ਦੇਰ ਤੱਕ ਲੜਾਈ ਹੋਏਗੀ? ਇਹਨੇ ਪੇਸ਼ ਕੀਤੀ ਵੀ ਸਤਿਗੁਰ ਮੇਰੀ ਗੜੀ ਭਾਵੇਂ ਕੱਚੀ ਏ, ਪਰ ਕਿਰਪਾ ਕਰਕੇ ਤੁਸੀਂ ਮੇਰੀ ਗੜੀ ਦੇ ਅੰਦਰ ਆ ਜਾਓ। ਸਤਿਗੁਰ ਪਾਤਸ਼ਾਹ ਜੀ ਉਸ ਗੜੀ ਦੇ ਅੰਦਰ ਪਹੁੰਚਦੇ ਨੇ। ਇਤਿਹਾਸ ਲਿਖਦਾ ਹੈ, ਕਵੀ ਅੱਲਾ ਯਾਰ ਖਾਂ ਜੋਗੀ, ਉਹਨਾਂ ਦਾ ਜ਼ਿਕਰ ਕਰਨਾ ਬਣਦਾ। ਸਾਧ ਸੰਗਤ ਤੋਂ ਭਾਵੇਂ ਇਸਲਾਮ ਨਾਲ ਸੰਬੰਧ ਰੱਖਦੇ ਸਨ, ਪਰ ਉਹਨਾਂ ਦੀ ਭਾਵਨਾ ਵੇਖੋ। ਇੱਥੋਂ ਤੱਕ ਬਚਨ ਮੈਂ ਪੜ੍ਹੇ ਨੇ ਵੀ ਜਿਸ ਵਕਤ ਉਹਨਾਂ ਨੇ ਇਹ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ, 2 ਕਿਤਾਬਾਂ ਨੇ ਜੀ ਇਹਨਾਂ ਦੀਆਂ। ਵੈਸੇ ਬੜੇ ਹੋਰ ਲੇਖਕਾਂ ਨੇ ਵੀ ਜ਼ਿਕਰ ਕੀਤਾ ਹੈ ਪੁਰਾਤਨ, ਜਿਨ੍ਹਾਂ ਵਿੱਚੋਂ ਦੂਨਾ ਸਿੰਘ ਹੰਡੂਰੀਆ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕੀਤੀ ਹੈ, ਜਾਂ ਫਿਰ ਹੋਰ ਜਿਹੜੇ ਪੁਰਾਣੇ ਸਰੋਤ ਨੇ ਸਾਡੇ ਕੋਲ, ਗਿਆਨੀ ਗਿਆਨ ਸਿੰਘ ਜੀ ਦੇ ਸਰੋਤ ਨੇ, ਜਾਂ ਹੋਰ ਸਰੋਤ ਨੇ ਜਿਨ੍ਹਾਂ ਵਿੱਚੋਂ ਸਰੂਪ ਭੱਲੇ ਜਿਹੜੇ ਖਾਨਦਾਨ ਵਿੱਚੋਂ ਨੇ, ਸਰੂਪ ਦਾਸ, ਉਹ ਉਹਨਾਂ ਦੇ ਦਿੱਤੀ ਹੋਈ ਜਿਹੜੀ ਉਹਨਾਂ ਦੇ ਜਿਹੜੇ ਸਰੋਤ ਨੇ, ਜਿਨ੍ਹਾਂ ਨੂੰ ਸਮਕਾਲੀ ਵੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹਨਾਂ ਦੀ ਰਚਨਾ 1916 ਦੀ ਹੈ। 1916 ਵਿੱਚ ਇਹਨਾਂ ਨੇ ਇਹ 2 ਕਿਤਾਬਾਂ ਲਿਖ ਕੇ ਸਿੱਖ ਕੌਮ ਨੂੰ ਦਿੱਤੀਆਂ।
इस्लाम धर्म के अंदर इस गल का बड़ा विरोध होया सी। उन्होंने आख्या भी तू इन्हां दी वडियाई गुरु गोबिंद सिंह जी की वडियाई क्यों करना है, साडे धर्म के अंदर साडे रहबतां दी वडियाई क्यों नहीं करदा। इन्हें आख्या सी मैं जो कुछ कर लिख रहा सच लिख रहा, इहदे अंदर एक रंचक मात्र भी झूठ नहीं। ते इन्हां ने आख्या सी भी जे तू सच विच ये करेगा तो साडी कौम दे निगाह विच तू काफर होएगा, ते काफर नूं मुहम्मद अपने चरनां दे विच स्थान ही देणगे, तू दोजक दी अग विच सड़ेगा। ते इन्हें फकर करके आख्या सी कोई गल नहीं, तुहाडी निगाह विच मैं दोजक दी अग विच सड़ांगा, पर मैनू पता है मेरे धन गुरु कलगीधर पातशाह दशमेश पिता जी वो सदा लई मैनू अपने चरनां विच थां देणगे। इहदा भरोसा सी। इन्हें जिहड़ा बिरतांत सिरजिया उत्थे भी सतगुरु जी शाम रात पै गई है, जदों सतगुरु जी अंदर गढ़ी दे अंदर एंटर होए, अज कल 7 तरीक शाम नूं, ते 7 तरीक शाम नूं इत्थे पहुंचदियां ਸਿੰਘਾਂ ने घोड़ियां तो जीना लाइया, ते सतगुरु पातशाह जी ने एक सोहना कक्ष तैयार किया। अपने जिहड़े कमर कसे सन, ये लिखदा कमर कसे खुले, क्योंकि अंदर होर कोई कच्ची गढ़ी सी। कच्ची गढ़ी का मतलब है सारी गढ़ी जिहड़ी सी ओह मिट्टी दी बनी हुई सी, मिट्टी दीयां दीवारां सन सारियां, कच्ची गढ़ी ज्यादा उच्ची भी नहीं सी। इस गढ़ी दे अंदर इन्हां ने सतगुरां दे आसन दे लई अपने कमर कसियां दे जिहड़े कपड़े सन वो खोले, कमर कसे उन्हां नूं खोल के सतगुरां दे लई एक उच्ची थां ते आसन बना दिता, साहिबजादियां लई आसन सजा दिता। इन्हां सिंघां ने कट्ठे बैठ के धन गुरु कलगीधर पातशाह जी ने 7 तरीक नूं 7 पोह शाम नूं पावन श्री रहरास साहिब जी का पाठ किया, जिहड़ा इतिहास के बचन ने। वेखो एक चीज बड़ी समझण वाली है साध संगत, कि भावें वो सरसा दा कंडा सी ते भावें वो चमकोर दी गढ़ी है। वेखो उत्थे अमृत वेले कवि अल्लाह यार खां लिखते ने, गुरु कलगीधर पातशाह जी ने जो अमृत वेला होया ना, आख्या भी ये थां है हुण इत्थे बह के आसा दी वार दा कीर्तन होएगा। इहदा मतलब उत्थे बाणियां भी पढ़ियां गईयां होणगियां, आसा दी वार दा कीर्तन भी होया। ते मैं बड़ी बड़ी बेनती करना भी अमृत वेले सतगुर ने उस वेले भी बाणी दा लड़ नहीं छड्डिया। इहदा मतलब ये नहीं, अज मैं सोशल मीडिया ते लेख पढ़ रहा सा, उन्हें कहा भी ये युद्ध नीति का जिहड़ा है युद्ध नीति दे विच गल्लां नहीं आउंदियां भी ये किवें हो सकदा भी गुरु साहब ने उत्थे जिते पिछे लखां दी फौज चढ़ के आ रही है ते गुरु साहब ने उत्थे आख्या होवे भी इत्थे आसा दी वार दा कीर्तन होएगा। ये युद्ध नीति नहीं। ते मैं बेनती करना भी युद्ध नीति बेशक नहीं, क्योंकि युद्ध नीति ये कहती है भी तुसी पहलो अपना बचा करो। युद्ध नीति तो यही कहती है ना, पहलो अपने आप को बचाओ। पर सच है गुरमुखो, जिदों इस आत्मा ने तुहाडे अंदर स्पिरिट पैदा करनी है मैदान विच लड़न दे लई, पर इस आत्मा नूं जिहड़ी ताकत ते खुराक मिलनी है सच नाल बाणी नाल जुड़ के। गुरु ने आख्या भी सिखा जीवन विच समा भावें कैसा भी आ जाए, पर कदी बाणी दा लड़ ना छड्डी। ध्यान देना, इहदा मतलब तो यही है ना। वेखो अज आपां गुरु साहब जी दे साहिबजादियां दा ये दिन मना रहे हैं, इन्नी को गल देखो मैं भी तुहाडे विच ही खड़ा होया, मैं तुहाडे तो बाहर नहीं। पर सच है भी ये चीज़ां साडे जीवन दे विच हुंदियां ने जिथे असीं अपनी परख करनी हुंदी है भी मेरे सतगुर जी वो भी समा सी जदों तुहानूं पता सी भी अगे सरसा है जिंदे अंदर पानी चढ़िया होया है, पिछे लखां दी फौज चढ़ के आ रही है, पर तुसी फिर भी आख्या भी बाणी दा लड़ नहीं छड़ना। मेरे सतगुर पातशाह जी समा अज भी है, साडे कोल दुनिया दियां सारियां सहूलतां ने। देखो प्रबंधक सज्जन उन्होंने यत्न भी किया भी चलो वैसे आसा दी वार दा जिहड़ा समा हुंदा है वो सूरज की किरण निकलन तो पहला आसा दी वार दी संपूर्णता हुंदी। आप दरबार साहब तो वेखदे हो, सूरज की किरण निकलन तो पहला आसा दी वार दी संपूर्णता हो जाती है। पर साडे लई असीं गुरु घरां दे अंदर बंदोबस्त भी कीते भी चलो सूरज अद्धा सिर ते आ जांदा, अद्धी दोपहर हो जाती है, फिर गुरु घरां विच आसा दी वार दा कीर्तन हुंदा, पर सुनन वाले चार शरीरां तो वध नहीं हुंदे। इहदा मतलब असीं बाणी तो किन्ने टुट गए हां। हाँ उंज गल्लां साडे कोल जिन्नियां मर्जी करवा लो जी, धर्म धर्म दे नाम ते लड़न नूं असीं सारे तैयार बैठे,
ਮਿੰਟ ਵੀ ਨਹੀਂ ਲਾਂਦੇ, ਕਿਰਪਾਨ ਕੱਢ ਕੇ ਖੜੇ ਹੋ ਜਾਂਦੇ ਆ। ਕੋਈ ਧਰਮ ਦੀ ਗੱਲ, ਪਰ ਸੱਚ ਹੈ ਵੀ ਧਰਮ ਕਮਾਣਾ ਬਾਣੀ ਵਿੱਚੋਂ ਸੀ, ਉਹ ਸਾਡੇ ਕੋਲ ਹੈ ਕੋਈ ਨਹੀਂ। ਤੇ ਬਾਹਰ ਦੀਆਂ ਲੜਾਈਆਂ ਜਿੰਨੀਆਂ ਮਰਜ਼ੀ ਕਰਾ ਲਓ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਹੈ। ਉੱਥੇ ਇਤਿਹਾਸ ਲਿਖਦਾ ਹੈ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ, ਇਹ ਜਿਹੜੇ ਸਨ, ਇਹ ਭਾਈ ਜੀਵਨ ਸਿੰਘ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਦਾ ਕੱਲ ਸ਼ਹਾਦਤ ਦਾ ਦਿਨ ਸੀ, ਜਿਹੜੇ ਭਾਈ ਜੈਤਾ ਜੀ ਸਨ ਪਹਿਲੋਂ, ਇਹਨਾਂ ਦੇ ਪਰਿਵਾਰ ਵਿੱਚੋਂ ਸਨ ਭਾਈ ਮਦਨ ਸਿੰਘ ਤੇ ਭਾਈ ਕਾਠਾ ਜੀ। ਕਈ ਇਤਿਹਾਸਕਾਰਾਂ ਨੇ ਭਾਈ ਜੀਵਨ ਸਿੰਘ ਜੀ ਦੀ ਸ਼ਹਾਦਤ ਚਮਕੌਰ ਦੀ ਗੜੀ ਵਿੱਚ ਲਿਖੀ ਹੈ, ਪਰ ਇਤਿਹਾਸ ਨੇ ਹੁਣ ਫੈਸਲਾ ਕੀਤਾ ਵੀ ਨਹੀਂ, ਉਹਨਾਂ ਦੀ ਸ਼ਹਾਦਤ ਜਿਹੜੀ ਹੈ ਸਰਸਾ ਨਦੀ ਦੇ ਕੰਢੇ ਤੇ, ਇਸੇ ਕਰਕੇ ਉਹਨਾਂ ਦਾ ਕੱਲ ਸ਼ਹੀਦੀ ਦਾ ਦਿਨ ਸੀ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਰਾਤ ਦੇ ਵਕਤ, ਪਾਤਸ਼ਾਹ ਜੀ ਜਦੋਂ ਇਤਿਹਾਸ ਲਿਖਦਾ ਵੀ ਸਤਿਗੁਰੂ ਪਾਤਸ਼ਾਹ ਜੀ ਉਸ ਥਾਂ ਤੇ ਜਿੱਥੇ ਸਿੰਘਾਂ ਨੇ ਆਸਨ ਤਿਆਰ ਕੀਤੇ ਸਨ ਸਤਿਗੁਰਾਂ ਦੇ, ਪਾਤਸ਼ਾਹ ਜੀ ਨੂੰ ਕਹਿਣ ਲੱਗੇ ਵੀ ਸਤਿਗੁਰ ਤੁਸੀਂ ਇੱਥੇ ਆਰਾਮ ਕਰੋ। ਬਿਧੀ ਚੰਦ ਨੇ ਕੁਝ ਥੋੜਾ ਬਹੁਤਾ ਖਾਣ ਦਾ ਇੰਤਜ਼ਾਮ ਕੀਤਾ, ਰਾਤ ਨੂੰ ਥੋੜਾ ਬਹੁਤ ਪ੍ਰਸ਼ਾਦਾ ਪਾਣੀ ਛਕਿਆ, ਤੇ ਸਿੰਘ ਵੀ ਘੋੜਿਆਂ ਦੀਆਂ ਜੀਨਾਂ ਲਾ ਕੇ ਧਰਤੀ ਤੇ ਲੇਟ ਗਏ। ਉੱਥੇ ਫਿਰ ਕਵੀ ਅੱਲਾ ਯਾਰ ਖਾਂ ਲਿਖਦਾ ਹੈ, ਕਹਿਣ ਲੱਗੇ ਜਬ ਡੇਢ ਘੜੀ ਰਾਤ ਗੁਜਰੀ ਜ਼ਿਕਰੇ ਖੁਦਾ ਮੇ, ਵੀ ਸਤਿਗੁਰ ਪਾਤਸ਼ਾਹ ਜੀ ਸੁੱਤੇ ਨਹੀਂ। ਉਹ ਕਹਿੰਦੇ ਨੇ ਸਿੰਘ ਜਿਹੜੇ ਸਨ, ਕਿਉਂਕਿ 7 ਮਹੀਨੇ ਆਨੰਦਪੁਰ ਸਾਹਿਬ ਜੀ ਦੇ ਕਿਲੇ ਦੇ ਅੰਦਰ ਵੀ ਸਾਰਾ ਦਿਨ ਲੜਾਈ ਵਿੱਚ ਜੂਝਦਿਆਂ ਲੰਘਦਾ ਸੀ, ਭੁੱਖੇ ਭਾਣੇ। ਫਿਰ 6 ਪੋਹ ਦੀ ਸ਼ਾਮ ਨੂੰ ਚੱਲੇ ਤੇ ਅੱਜ 7 ਪੋਹ ਦੀ ਰਾਤ ਆ ਗਈ ਹੈ। ਧਿਆਨ ਦੇਣਾ, ਪੂਰੇ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਲਗਾਤਾਰ ਚੱਲਦਿਆਂ। ਤੁਸੀਂ ਕਦੀ ਇਮੇਜਿਨ ਕਰਕੇ ਵੇਖੋ, ਪੈਰਾਂ ਦੇ ਵਿੱਚ ਛਾਲੇ ਪਏ ਹੋਣਗੇ, ਸਰੀਰ ਦੇ ਕੱਪੜੇ ਵੀ ਜਿਹੜੇ ਨੇ ਉਹ ਸਰਸਾ ਦੇ ਅੰਦਰੋਂ ਨਿਕਲਦਿਆਂ ਹੋਇਆਂ ਪਾਣੀ ਦੇ ਅੰਦਰ ਭਿੱਜੇ। ਬਾਅਦ ਵਿੱਚ ਉਹ ਅਸੀਂ ਮਹਿਸੂਸ ਕਰੀਏ ਉਹਨਾਂ ਚੀਜ਼ਾਂ ਨੂੰ ਵੀ ਸਿੱਖਾਂ ਦੇ ਹਾਲਾਤ ਕੈਸੇ ਹੋਣਗੇ। ਉਹ ਰਾਤ ਨੂੰ ਘੋੜਿਆਂ ਦੀਆਂ ਜੀਨਾਂ ਥੱਲੇ ਰੱਖ ਕੇ ਸੁੱਤੇ ਨੇ। ਤੇ ਕਵੀ ਅੱਲਾ ਯਾਰ ਖਾਂ ਲਿਖਦਾ ਹੈ, कहने लगे जब 1.5 घड़ी रात गुजरी जिक्रे खुदा में खैमे से निकल आए सरकार हवा में। खैमे का मतलब है जो सतगुरां दे लई सोहना आसन बनाया सी सिखां ने। देखो भावना है जिन्ना कुछ कर सकते सी सिखां ने अपने गुरु लई कीता है। ऐसा नहीं भी आख्या हो भी सतगुरु जी जेड़े कमर कस्से ने सी अपने थले विछा लीए, वो कमर कस्से खोल के गुरु लई सोहना आसन तैयार कीता है। कहने लगे जब 1.5 घड़ी रात गुजरी जिक्रे खुदा में खैमे से निकल आए सरकार हवा में। पातशाह धन गुरु कलगीधर पातशाह जी बाहर निकल आए। सतगुरु धन गुरु गोबिंद सिंह पातशाह जी हुण अपने सिंघां वल वेखदे ने। धन गुरु गोबिंद सिंह पातशाह जी उन्हां सिंघां वल वेखदे ने जिन्हां ने कल नूं चमकौर दी गड़ी दे अंदर मैदान दे अंदर जूझना है, जिन्हां ने कल नूं शहादतां दे जाम पीने ने। कवि अल्लाह यार खां लिखदा है, कहण लगे सतगुरु पातशाह जी उस खुदा नाल गल्लां करदे ने, बोलदे ने खुदावंद हूँ खुश तेरी रजा में, मेरे मालिक मैं तेरी रजा दे विच खुश हाँ। तू जिथे भी रखिया है, जे 9 साल दी उम्र विच पिता नूं तोड़न दी गल आई, सतगुरु जी पिता दा शीश मेरे कोल आया, भाई जैता जी लैके आए, मैं तां भी तेरे चरनां विच सिर झुकाया। जे आनंदपुर साहिब दा किला छड्डिया, धर्म दा वास्ता पा के किया उन्होंने, मैं तां भी तेरी रजा दे विच रह के सत करके मन्निया। ते मेरे मालिक जी जे अज इस गड़ी दे अंदर जिथे सतगुरु पातशाह जी 2 पुत्र मेरे कोलों ने, 2 दा मैनूं पता नहीं किथे ने, सतगुरु जी अज भी मैं तेरे शुक्र विच हां। उथे कवि अल्लाह यार खां लिखदा है, साफे कभी सिंगों के उठाते ते जमी से। सतगुरु धन गुरु कलगीधर पातशाह जी बाहर आ गए जिथे सतगुर दे प्यारे सिख सुते हुए ने। सुतिया पिया इन्ने लम्मे पैंडे दे अंदर उनींदरे सिख जदों नींद विच सुते ने, उन्हां दे जिहड़ियां केसकियां ने ढिलियां हो गईयां। ते कवि अल्लाह यार खां सिर्फ इमेजिन करना इन्हां चीज़ां नूं, उहदी भावना है साध संगत। वेखो उन्हें इतिहास पढ़िया, उन्हें सब कुछ वेखिया नहीं, उन्होंने सिर्फ पढ़ के महसूस करके साडे सामने परोस के रखे है। तो उन्हें आख्या सिखो इन्हां चीज़ां नूं तुसीं अपने जीवन विच फील करके वेखो।
ਇਹਨਾਂ ਨੂੰ ਜਦੋਂ ਤੁਸੀਂ ਮਹਿਸੂਸ ਕਰੋਗੇ ਤੇ ਸਮਝ ਆਏਗੀ। ਨਹੀਂ ਤੇ ਪਾਤਸ਼ਾਹ ਜੀ ਦਾ ਜੀਵਨ ਦੇ ਬਿਰਤਾਂਤ ਅਸੀਂ ਹਰ ਸਾਲ ਪੜ੍ਹ ਕੇ ਅੱਗੇ ਨਿਕਲ ਜਾਂਦੇ ਆ। ਸੱਚ ਵਿੱਚ ਅਸੀਂ ਕਹਿੰਦੇ ਆ ਵੀ ਪਿਛਲੇ ਸਾਲ ਵੀ ਇਤਿਹਾਸ ਪੜ੍ਹਿਆ, ਹੁਣ ਵੀ ਪੜ੍ਹ ਲਿਆ। ਇਤਿਹਾਸ ਸਿਰਫ ਆਪਣੀ ਪੜਚੋਲ ਲਈ ਹੁੰਦਾ ਹੈ ਵੀ ਪਿਛਲੇ ਸਾਲ ਪੜ੍ਹਿਆ ਸੀ ਤੇ ਕਿੱਥੇ ਖੜੇ ਸਾਂ ਤੇ ਅੱਜ ਕਿੱਥੇ ਖੜੇ ਆ। ਇਹ ਪੜਚੋਲ ਨਾਲੋਂ ਨਾਲ ਕਰਨੀ ਪਏਗੀ ਸਾਨੂੰ। ਜੇ ਪਿਛਲੇ ਸਾਲ ਨਾਲੋਂ ਪਿੱਛੇ ਗਏ ਆ ਤੇ ਫਿਰ ਸਾਨੂੰ ਸੋਚਣਾ ਪਏਗਾ ਵੀ ਇਹਨਾਂ ਕੁਝ ਕਰਨ ਦਾ ਲਾਭ ਕੀ ਹੈ। ਫਿਰ ਇਹਨਾਂ ਕੁਝ ਕੀਤਾ ਤੇ ਕਿਸ ਲਈ ਕੀਤਾ। सदगुरु धन गुरु कलगीधर पातशाह जी साफे कभी सिंगों के उठाते थे जमी से, केस उनके जो झाड़े तो ली खाक उनकी जबी से, सर ठीक किए सरके हुए बालशी जी से, तरतीब दी हर चीज को ला ला के कही से। जेड़े सिंगां दियां चीजां इधर उधर सन सारियां दे कोलों सतगुर ने आके रखियां। जिन्हां दे केस खुले सन उन्हां दे जूड़े सतगुरां ने बनाए। जिन्हां दियां केसकियां खुलियां सन सतगुरां ने उन्हां दियां केसकियां बनियां। ते कवि लिखदा है कहन लगे हाशा किसी मुर्शद में ये असियार नहीं देखा। मैं दुनिया ते कवि अल्लाह यार खां कहंदा बड़े मुर्शद वेखे ने पर धन गुरु कलगीधर पातशाह जी तेरे वर्गा मैं मुर्शद कोई नहीं वेख्या। तां किसी अदीब ने आख्या सी क्या दशमेश पिता तेरी बात कहूं, जो तुमने परोपकार किए। इस तेग के बेटे तेग पकड़ दुखियों के काट जंजाल दिए। एक खालसा खालस पंथ सजाकर जातों के भेद निकाल दिए। इस मुल्क को वतन की खिदमत में कहीं बाप दिया कहीं लाल दिए। सतगुरु जी की तेरी वडियाई करा। कवि अल्लाह यार खां लिखदा है वो कहंदा करतार की सौगंध है नानक की कसम है, जितनी भी तारीफ हो गुरु गोबिंद की वो कम है। वो कहंदा एक आंख से क्या बुलबुला कुल बहर को देखे। आ कहंदे ने एक साडे कोल आखे निगाह ते कोई है ना, अखां भावें दो ने निगाह ते की है ना। वो कहंदा इस एक निगाह दे नाल बंदा नदी दे किनारे ते खड़ा है, ਉਹ ਪਾਣੀ ਨੂੰ ਵੇਖੇ, ਉਹ ਸਮੁੰਦਰ ਦੇ ਪਾਣੀ ਨੂੰ ਵੇਖੇ, ਸਮੁੰਦਰ ਦੇ ਉੱਠਣ ਵਾਲੇ ਬੁਲਬੁਲਿਆਂ ਨੂੰ ਵੇਖੇ, ਉਹ ਕਿਸ ਚੀਜ਼ ਨੂੰ ਵੇਖੇ। ਕਹਿਣ ਲੱਗੇ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮਜਦਾਰ ਕੋ ਜਾਂ ਲਹਿਰ ਕੋ ਦੇਖੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਡੇ ਕੋਲ ਇੱਕ ਲਹਿਰ ਤੇ ਤੂੰ ਸਮੁੰਦਰ ਵਰਗਾ ਹੈ, ਤੇਰੀ ਕਿਹੜੀ ਕਿਹੜੀ ਲਹਿਰ ਨੂੰ ਵੇਖੀਏ, ਕਿਹੜੇ ਕਿਹੜੇ ਗੁਣ ਨੂੰ ਵੇਖੀਏ। सतगुरु पातशाह जी देखो कहंदा किसी मुर्शद में ये असियार नहीं देखा, किसी पीर में इस प्यार का जिनहार नहीं देखा। दुनिया ते बड़े वेखे ने पर इहो जिहा कोई मुर्शद नहीं वेखिया। इन्ना ही नहीं वो कहंदा सतगुरु पातशाह जी उन्हां सिखां दे सराणियां ते आके खड़े हो गए ते आके सतगुरु उन्हां दे चेहरियां वल वेख के कहंदे ने इन सिंगों ने कल है मौत के साहिल उतरना। आ मेरे प्यारे सिंह ने जिन्हां ने कल नूं लखां दी फौज दे नाल लड़ना है। ये साध संगत जी दुनिया दे इतिहास विच इक्को एक जंग है, इहदे तुल दुनिया दे अंदर कोई दूजी जंग नहीं जेगी। जिथे एक पासे 40 ने दूजे पासे लखां दी, और एक गिनती असीं कह देने भी लखां दी। और इस ओंथेटिक जिहड़ी ये गल धन गुरु कलगीधर पातशाह जी दा जफरनामा पढ़ी साहब ने जिक्र किया गुरचना चिकारे कुनंद चहल नर के 10 लाख बराए बरो बेखबर 10 लाख। 10 का मतलब 10 लाख मुल्खैया है जिहड़ा बाहर खड़ा है। सिर्फ कालियां वर्दियां ही नजर आ रही ने चारे पासे। इंज लग रहा है धन गुरु कलगीधर पातशाह जी जफरनामे दे अंदर लिखते हैं, साहब कहते हैं जिवें किते मक्खियां दा जाल नहीं छत्ता नहीं हुंदा, कहते बस इसे तरह चारे पासे काले कपड़े ही नजर आ रहे ने। मेरे धन गुरु कलगीधर पातशाह जी उन्हां सिंगां दे पैरां नूं हत्थां नूं वेखदे ने ते कलगीधर पातशाह जी उन्हां दे पैरां नूं उन्हां दे हत्थां नूं कहंदे ने चूमा कभी हलकूम। हलकूम दा मतलब हुंदा है गला। चूमा कभी हलकूम दहन चूमने बैठे। दहन का मतलब है हाथ। सतगुरु जी उन्हां दे हत्थां नूं चूमदे ने जिन्हां हत्थां ते छाले पए होए। चूमा कभी हलकूम दहन चूमने बैठे। इन्ना ही नहीं कहंदा जब सतगुरु पांती आए तो चरण चूमने बैठे। उस उनकी भावना है सिर्फ। वो कहंदा धन गुरु गोबिंद सिंह पातशाह जी जदों उन्हां सिंगां दे पैर क्यों सतगुरु जी इन्नी भावना दिखांदे ने। ध्यान देना दुनिया दे अंदर फौजां लड़दियां ने। वेखो एक मुल्क दूजे मुल्क नाल लड़दा है, फौजां आपस विच लड़दियां ने ना। ये फौजां जिन्नियां ने
ਇਹ ਹਾਲਾਂਕਿ बेशक तनखादार फौजी ने जिहड़े एक दूजे मुल्कां दे अंदर भर्ती ने लड़दे ने, पर सच है भी ये जिन्ने सिख ने इन्हां विचों एक भी सिख हो नहीं जिन्हें क्या होवे भी सतगुरु गुरु कलगीधर पातशाह जी जाना हूल के लड़ने पैण दे बदले विच इन्नी माया चाहिदी। ध्यान देना, एक भी वो नहीं। असीं ते गुरु नाल सौदेबाजी करने आ, इन्नी वारी पाठ कीता सतगुर इन्ना कुछ मिल जाए। मैं कहना अज दे दिन इन्हां सिखां तो ही इन्नी को गल पल्ले बन के लै जाइए सतगुर जी जिन्ना कुछ तुसी दिता है मेरे मालक जी, ये भी असी मंगिया नहीं सी, तुसी झोली चू पाया है मेरे मालक जी। ये साडा भुलेखा है भी सानू मंगांगे ते कुछ मिलेगा नहीं। मेरे मालक जी तू ते अण मंगिया दान देवना, तू ते बिना मंगे दान दे देना, तेरे कोलों कुछ मंगण दी जरूरत नहीं। मेरे सतगुरु पातशाह जी दे चरनां विच ओ सिख ने एवें थोड़ा कवि अल्लाह यार का कहंदा भी हाथ चुमिया गला चुमिया, जे सतगुर पैरां वाल आए उन्हां सिंगां दे पैरां नूं वेखदे ने ते गुरु कलगीधर पातशाह जी उन्हां पैरां नूं भी चुमदे ने। ये सतगुर एवें थोड़ा ने लिखिया बचन भाव क्योंकि जेड़े उत्थे आए ने सतगुरां दे नाल 40, ध्यान देना ये ओ 40 ने जिन्हां ने सतगुरां दे कोलों कदी कोई चीज नहीं मंगी। मेरे सतगुरु पातशाह जी दे चरनां विचों सिर्फ सिदक भरोसा ते नाम मंगे, होर कोई चीज नहीं मंगी। अगला दिन चढ़िया, धन गुरु गोबिंद सिंह पातशाह जी सब तो पहला नाहर खां चमकौर दी गढ़ी वाल आया। इन्हें पौड़ी लाई, कहंदा तुहाडे कोलों नहीं फड़िया जांदा गुरु गोबिंद सिंह, मैं फड़ के लियाना। वेखो इन्हें यह भी एक युद्ध नीति है, चोरी नाल इन्हें पौड़ी लाई गढ़ी नूं भी मैं पौड़ी तो चढ़ के अंदर जावांगा, अंदरों किले दा दरवाजा खोल देंगा, पीछे फौज दाखिल हो जाएगी। ये पौड़ी तो चढ़िया, जदों इन्हें ममटी तो उपर वेखिया ना, धन गुरु कलगीधर पातशाह जी उत्ते ही खड़े सन। सतगुर ने एक तीर इनू दिता, तीर वजन दी देर सी, भुआंटणियां खांदा धरती ते डिग्या। इहदे पिछे सी गणी खां, गणी खां एकदम भज के किले दी ओट विच आ गया। ये पौड़ी ते चढ़िया, पौड़ी ते चढ़ के जिवें ममटी दे नेड़े पहुंचिया, धन गुरु गोबिंद सिंह पातशाह जी दे कोलों बुरज सी, सतगुर ने दे सिर विच मारिया, खरबूजे दी तरह फेर दिता, भी धरती ते थल्ले डिग्या। ये सारा सतगुर ने जफरनामे विच जिक्र कीता है। ये जिन्नियां गल्लां ने सारियां जफरनामे दे विच ने। इत्थे फिर कहंदे ने सतगुर पातशाह जी ख्वाजा महमूद आया, जिन्हों सतगुर ने ख्वाजा मरदूद लिखिया है। मरदूद का मतलब होता है ना मर्द। सतगुर ने आख्या फिर ख्वाजा मरदूद आया, वैसे इनका नाम सी ख्वाजा महमूद। इनू मरदूद तां आख्या सतगुर ने क्योंकि जदों इन्हें नाहर खां ते गणी खां नूं मरदे वेखिया, ये भज गया पिछे किले दे नाल नाल ना मूंह लुकाउंदा आया बाहर निकल गया। ये कहंदा किते मैनू भी मौत ना आके छेड़ ले। सतगुर ने इस करके इनू ख्वाजा मरदूद लिखे। पातशाह धन गुरु कलगीधर पातशाह जी ने इत्थे 5-5 सिंगां दे जथे तोरे। जदों तकरीबन 11-12 बजे तक दा समा हो गया ना, 3 जथे बाहर जाके शहीदियां पा चुके ने। ते सतगुरु पातशाह जी नूं आके भाई दया सिंह ते भाई धर्म सिंह जी इन्हां ने आके बेनती की भी सतगुरु तुसी साहिबजादियां नूं लैके इत्थों निकल जाओ। समा सतगुरु पातशाह जी चंगा नहीं, इत्थे मौत निश्चित है, आपां सब वेख रहे हैं। गुरु कलगीधर पातशाह जी नूं कहंदे ने, पर जदों इन्नी गल कर रहे सन ते इतिहास लिखदा उस वक्त धन गुरु कलगीधर पातशाह जी कहंदे ने भाई दया सिंह नूं भी दया सिंह ये किवें हो सकदा है भी मैं इत्थों साहिबजादियां नूं लैके निकल जावां। हालांकि इतिहास ने इत्थों तक बचन लिखे, भावां कि कवियां दियां उडारियां इतिहासकार दियां उडारियां ने भी साहब ने आख्या भी तुसीं भी ते मेरे पुत्र हो, मैं तुहानूं छड्ड के किवें निकलां। कहंदे ने इतिहास दे गलबात चल रही सी ते बाबा अजीत सिंह जी ने आके साहब धन गुरु गोबिंद सिंह जी नूं कहा पिता जी मैदाने जंग विच मैनूं जाण दी आग्या बख्शो। साहब धन गुरु कलगीधर पातशाह जी बहुत खुश होए जदों बाबा अजीत सिंह जी ने अपने आप आख्या, क्योंकि एक हुंदा आवाज मार के बुलाना भी चल आ तू चल मैदान विच, एक हुंदा अपने आप आके कहना भी सतगुरु पातशाह जी हाँ, क्योंकि गुरु पिता दे पुत्र ने ते ध्यान देना। कोई होर हुंदा ते कहंदा जी नहीं मेरा पिता ते शहनशाह है, पातशाह है, वो ते
संसार के अंदर इन्नी वडियाई का मालक है, असी क्यों अगे जाइए। नहीं, बाबा अजीत सिंह जी आए, साहब धन गुरु कलगीधर पातशाह जी ने आप उन्होंने अपने हथी मैदाने जंग तोरिया। उन्हां दे नाल 5 प्यारियां दे विचों प्यारे भाई मोहकम सिंह जी नूं नाल ते नाल होर 5 सिंह जिहड़े ने नाल दिते, 6 सिंह नाल सन, भाई मोहकम सिंह ते 5 होर सिंह जिहड़े फिर मैदाने जंग विच बाबा अजीत सिंह जी दे नाल गए। बाबा अजीत सिंह जी उन्हां दे बाबत ज्ञानी ज्ञान सिंह जी ने प्राचीन पंथ प्रकाश विच बड़े प्यारे बोल लिखे ने। वो कहन लगे, सतगुरु धन गुरु कलगीधर पातशाह जी दे साहिबजादे जदों मैदाने जंग विच जांदे ने, वो कहंदे ने सच विच मैदाने जंग विच जूझदियां धन गुरु कलगीधर पातशाह जी दे प्यारे इन्ने सुंदर लगदे ने। उन्हां दी शैल, उन्हां दा चेहरा, उन्हां दी जवानी, उन्हां दा ये रुतबा ते उन्हां दी हाथ विच चलदी शमशीर वेख के उन्हां ने हर चीज नूं किसे नाल तस्बीह दिती है। उन्होंने ज्ञानी ज्ञान सिंह जी ने दोहरा बड़ा प्यारा उन्हों दा, गुरबालक रूप अनुपम अंगम पेख आनंद सोलाजै, अतशैल शबीले छटो शब शुंगम शोभ छतै छतरी नित छाजै, रख खालक मालक तालक सुअर गालक बालक हिंदन लाजै। उन्होंने इस सारे विच बाबा अजीत सिंह जी की बाहरी रूप रेखा का जिक्र किया। बाबा अजीत सिंह जी गए, वो लड़दियां लग, क्योंकि हुण साध संगत जी बाहर निकलिया तो गल निश्चित सी, मुल्खैया 10 लाख का बार खड़ा है। बाबा अजीत सिंह जी तीरां नाल लड़े, किरपान नाल लड़े, नेजे नाल लड़े, छोटी शमशीर नाल लड़े, अंत विच फिर शहादत का जाम पी गए। साहब धन गुरु कलगीधर पातशाह जी ने अपने साहबजादियां नूं शहीद हुंदे देख के गड़ी तो उपरों सतगुरां ने जयकारे बुलाए। और इतिहास लिखदा है, पहला पिता है। किसी ने बड़े प्यारे बचन लिखे, कहते रुतबा भी था शौक भी था। वो कहते रुतबा भी सी ते अंदर शौक जज्बा भी सी। रुतबा भी था, शौक भी था भी कल नूं मैदाने जंग विच जाके जूझांगे। ते नाल उन्हें बचन लिखे भी बेटों को कत्ल होते देखकर गुरु कलगीधर ने गुजा दिए जयकारे। धन गुरु गोबिंद सिंह पातशाह जी ने बड़ी उच्ची जयकारे छड़े। कहन लगे, वेखो दुनिया दे लोको, दुनिया दे बच्चे व्याहन जाते ने, बरातां जांदियां ने, डोली घर आउंदी है। धन गुरु कलगीधर पातशाह जी ने अपने पुत्र नूं तोरिया। कहन लगे, दुनिया में ऐसा ना कोई पिता कहीं सार जिसके बेटों की बारात में निकले 5-5 घुड़सवार, ना आई डोली ना आई मुड़ के बारात। कहन लगे, सच है, ना डोली आई ना ही वो बारात जड़ी चढ़ी वो वापस आई, क्योंकि मैदाने जंग में शहीद हो गए। इस तो बाद फिर बाबा जुझार सिंह जी उन्होंने सतगुरां दे चरनां दे विच आके आग्या मंगी। हालांकि भाई दया सिंह, भाई धर्म सिंह जी प्यारियां ने बड़ियां बेनतियां कीतियां सतगुरु नूं, पर धन गुरु कलगीधर पातशाह जी ने, क्योंकि बाबा जुझार सिंह जी उन्होंने आप आके सतगुरां दे चरनां विच, दोवें साहिबजादियां ने आप आके बेनतियां कीतियां सन। उथे कवि ने तित तक बोल लिखे भी, भाई से बिछड़ कर हमें जीना नहीं आता, खाना नहीं, सोना नहीं, पीना नहीं बाता। ते गुरु कलगीधर पातशाह जी उन्होंने बाबा जुझार सिंह जी नूं अपने कोलों शस्त्र दे के सतगुरां ने कमान दी छोटी, ते आख्या भी छोटी कमान नहीं, इनू अपने दादा दा तीर समझी, ये तेरे दादा गुरु तेग बहादुर साहब जी दा तीर है। ते जदों मैदाने जंग विच तू डिगेगा ना लड़दिया होया, ते मुंह तो सी ना करी, क्योंकि तेरे दादे ने भी मुंह तो सी नहीं सी की। ये असीसां दे के गुरु कलगीधर पातशाह जी ने बाबा जुझार सिंह जी नूं मैदाने जंग विच तोरिया। उथे बाबा जुझार सिंह जी उन्हां दी शहादत होई। गुरु के साहिबजादे दे नाल बाबा जुझार सिंह जी दे नाल 5 प्यारियां विचों 2 प्यारे नाल गए, भाई हिम्मत सिंह ते भाई साहब सिंह जी। 5 प्यारियां दे विचों 2 प्यारे रह गए, जिन्हां विचों भाई दया सिंह, भाई धर्म सिंह जी। ये प्यारे फिर अगे सतगुरां नूं जाके जदों सतगुरु जी इथों निकलते ने रात नूं, जदों 5 प्यारे साहिबां नूं आके हुक्म करते ने भी सतगुरु तुसीं हुण आनंदपुर साहिब इथों चमकौर दी गड़ी विचों जाओ, ये 5 प्यारियां दा तुहानूं हुक्म है, तुसीं होगे साडे वर्गे लखां पैदा करोगे, सतगुर असीं लखां भी होवांगे, एक कलगीधर नहीं बना सकदे। मेरे सतगुरु पातशाह जी ने उत्थे 5 प्यारियां दी आग्या नूं मन के रात नूं सतगुरु जी निकले ने, ते फिर माछीवाड़े दे जंगलां विच जाके
5 ਪਿਆਰਿਆਂ ਵਿੱਚੋਂ 2 ਪਿਆਰੇ ਭਾਈ ਮਾਨ ਸਿੰਘ ਜੀ ਹਨ। ਉੱਥੇ ਫਿਰ ਸਤਿਗੁਰਾਂ ਦੀ ਮੁਲਾਕਾਤ ਹੁੰਦੀ ਹੈ। ਸਾਧ ਸੰਗਤ, ਸਿਰਫ ਇਸ ਸ਼ਹਾਦਤ ਤੋਂ ਅਸੀਂ ਪ੍ਰੇਰਨਾ ਜਿਹੜੀ ਲੈਣੀ ਹੈ, ਮੇਰੀ ਉਹ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਜਿਹੜੀ ਪ੍ਰੇਰਨਾ ਅਸੀਂ ਲੈਣੀ ਹੈ। ਵੇਖੋ, ਇਤਿਹਾਸ ਅਸੀਂ ਹਰ ਸਾਲ ਸੁਣਦੇ ਹਾਂ ਤੇ ਇਤਿਹਾਸ ਬਦਲਣਾ ਨਹੀਂ, ਉਹੀ ਰਹਿਣਾ ਹੈ। ਪ੍ਰੇਰਨਾ ਅਸੀਂ ਗੁਰੂ ਦੇ ਚਰਨਾਂ ਵਿੱਚੋਂ, ਮੈਂ ਨਾਲ ਨਾਲ ਬੇਨਤੀਆਂ ਕੀਤੀਆਂ, ਭਾਵੇਂ ਉਹ ਨਿਤਨੇਮ ਦੀ ਪ੍ਰੇਰਨਾ ਹੈ, ਸਰਸਾ ਦਾ ਕੰਢਾ ਹੈ, ਭਾਵੇਂ ਚਮਕੌਰ ਦੀ ਗੜੀ ਹੈ, ਤੇ ਭਾਵੇਂ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਗੁਰਸਿੱਖਾਂ ਦਾ ਅਕੀਦਾ ਹੈ। ਬਸ ਐਸਾ ਅਕੀਦਾ ਆਪਣੇ ਸਤਿਗੁਰਾਂ ਦੇ ਚਰਨਾਂ ਤੇ ਬਣਾਉਣਾ ਹੈ। ਹਮੇਸ਼ਾ ਸਤਿਗੁਰ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਸੁਣੀਏ, ਸਮਝੀਏ, ਕਿਉਂਕਿ ਬਾਣੀ ਹੀ ਸਾਡੇ ਆਤਮਿਕ ਜੀਵਨ ਦਾ ਖਜ਼ਾਨਾ ਹੈ। ਇਹੀ ਸਾਡੀ ਆਤਮਾ ਦੀ ਖੁਰਾਕ ਹੈ। ਸਾਧ ਸੰਗਤ, ਜੇ ਇਹ ਨਹੀਂ, ਤੇ ਮੈਂ ਕੱਲ ਵੀ ਇੱਕ ਜ਼ਿਕਰ ਕੀਤਾ ਸੀ, ਸਾਹਿਬ ਨੇ ਆਖਿਆ ਬਾਣੀ ਦੇ ਅੰਦਰ, ਪਾਤਸ਼ਾਹ ਕਹਿੰਦੇ ਨੇ, ਫਿਟ ਏਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਹੈ ਨਾਨਕ ਜੀ, ਸੱਚੇ ਨਾਮ ਤੋਂ ਬਿਨਾ ਸਭ ਚੀਜ਼ਾਂ ਆਤਮਿਕ ਜੀਵਨ ਦੇ ਅੰਦਰ ਦੁਸ਼ਮਣ ਬਣ ਜਾਂਦੀਆਂ ਨੇ। ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਈਏ। ਸੋ ਸਤਿਗੁਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਤਕਰੀਬਨ ਸਿਰਫ ਗੁਰੂ ਪਾਤਸ਼ਾਹ ਜੀ ਦੇ ਨਾਲ, ਕਿਉਂਕਿ ਅਗਲੇ ਦਿਨ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦੀ ਸ਼ਹੀਦੀ 9 ਪੋਹ ਨੂੰ ਸਵੇਰੇ ਹੁੰਦੀ, ਅੱਜ ਦਾ ਦਿਨ ਸਤਿਗੁਰ ਪਾਤਸ਼ਾਹ ਜੀ ਜਦੋਂ ਗੜੀ ਦੇ ਵਿੱਚੋਂ ਨਿਕਲਦੇ ਨੇ ਰਾਤ ਨੂੰ, 8 ਪੋਹ ਦੀ ਰਾਤ ਨੂੰ, ਅੰਦਰ ਭਾਈ ਸੰਗਤ ਸਿੰਘ ਜੀ, ਉਹਨਾਂ ਦਾ ਮੁਹਾਂਦਰਾ ਗੁਰੂ ਨਾਲ ਮਿਲਦਾ ਸੀ, ਕੱਦ ਕਾਠ ਗੁਰੂ ਵਰਗਾ ਸੀ, ਇਤਿਹਾਸ ਇਹ ਲਿਖਦਾ ਹੈ। ਪਰ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਸਿਰਫ ਮੁਹਾਂਦਰਾ ਹੀ ਨਹੀਂ ਸੀ ਮਿਲਦਾ, ਅਸਲ ਵਿੱਚ ਉਹਨਾਂ ਦਾ ਅੰਦਰ ਇੰਨਾ ਗੁਰੂ ਨਾਲ ਮਿਲਦਾ ਸੀ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੀ ਕਲਗੀ ਉਹਨਾਂ ਦੇ ਦਸਤਾਰ ਦੇ ਵਿੱਚ ਸਜਾ ਦਿੱਤੀ। ਉਹਨਾਂ ਦਾ ਅੰਦਰ ਇੰਨਾ ਮਿਲਦਾ ਸੀ। ਮੁਹਾਂਦਰਾ ਤੇ ਉਹਨਾਂ ਬੜੀ ਪਿਆਰੇ, ਉਹ ਕਹਿੰਦੇ ਮੁਹਾਂਦਰਾ ਤੇ ਸਕੇ ਭਰਾਵਾਂ ਦਾ ਵੀ ਮਿਲਦਾ ਹੈ, ਪਰ ਧਿਆਨ ਦੇਣਾ ਦਾ ਮਤਲਬ ਇਹ ਤੇ ਨਹੀਂ ਵੀ ਉਹ ਇੱਕ ਦੂਜੇ ਤੋਂ ਜਾਨਾਂ ਵਾਰਦੇ ਨੇ, ਪਰ ਉਹ ਕਹਿੰਦੇ ਨੇ ਸੱਚ ਵਿੱਚ ਇਹਨਾਂ ਦਾ ਅੰਦਰ ਮਿਲਦਾ ਸੀ। ਸਾਹਿਬ ਨੇ ਕਲਗੀ ਦਿੱਤੀ। ਅਗਲੇ ਦਿਨ ਫੌਜਾਂ ਅੰਦਰ ਚੜ੍ਹ ਕੇ ਆਈਆਂ, ਇਹ ਗੜੀ ਉਹਨਾਂ ਨੇ ਢਹਿ ਢੇਰੀ ਕਰ ਦਿੱਤੀ। ਅੰਦਰ ਜਿਹੜੇ ਸਿੰਘ ਸਨ ਉਹ ਵੀ ਲੜਦਿਆਂ ਸ਼ਹੀਦ ਹੋ ਗਏ। ਸਤਿਗੁਰ ਪਾਤਸ਼ਾਹ ਜੀ ਅਗਲੇ ਪੈਂਡੇ ਵੱਲ ਨਿਕਲਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਸਿੱਖ ਕੌਮ ਦੇ ਬਾਬੇ, ਉਹਨਾਂ ਦੀ ਅੱਜ ਸ਼ਹਾਦਤ ਹੁੰਦੀ ਹੈ। ਉਧਰੋਂ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ, ਜਿਹੜੇ ਅੱਜ ਦੀ ਰਾਤ ਖੇੜੀ ਵਿਖੇ ਪਹੁੰਚਦੇ ਨੇ। 8 ਪੋਹ ਦੀ ਰਾਤ ਨੂੰ ਖੇੜੀ ਪਹੁੰਚਦੇ ਨੇ, 7 ਪੋਹ ਦੀ ਰਾਤ ਨੂੰ ਕੁੰਮੇ ਮਾਸ਼ਕੀ ਦੇ ਘਰ, 8 ਪੋਹ ਦੀ ਰਾਤ ਖੇੜੀ ਗੰਗੂ ਦੇ ਘਰ ਵਿੱਚ ਰੁਕਦੇ ਨੇ। ਤੇ ਇੱਥੋਂ ਹੀ ਫਿਰ ਸਾਹਿਬਜ਼ਾਦਿਆਂ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ। ਮੋਰਿੰਡੇ ਰਾਤ ਰਹਿੰਦੇ ਨੇ 9 ਪੋਹ ਦੀ ਰਾਤ। 10 ਪੋਹ ਨੂੰ ਪਹੁੰਚਦੇ ਨੇ ਸਰਹੰਦ, ਤੇ 11, 12 ਤੇ 13 ਨੂੰ ਸ਼ਹਾਦਤ ਹੁੰਦੀ। 10, 11, 12 ਇਹ ਫਿਰ ਠੰਡੇ ਬੁਰਜ ਵਿੱਚ 3 ਰਾਤਾਂ ਜਿਹੜੀਆਂ ਨੇ ਉਹ ਸਾਹਿਬਜ਼ਾਦਿਆਂ ਦੀਆਂ ਹੁੰਦੀਆਂ ਨੇ। ਸੋ ਅਗਲਾ ਸਮਾਂ ਵੀ ਜਿਵੇਂ ਬਣੇਗਾ, ਸਤਿਗੁਰ ਕਿਰਪਾ ਕਰਨ, ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਐਸਾ ਇਤਫਾਕ ਭਰੋਸਾ ਬਖਸ਼ਿਸ਼ ਕਰਨ। ਬਾਣੀ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਔਰ ਸਦਾ ਸਤਿਗੁਰ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਗੁਰੂ ਕੋਲੋਂ ਆਤਮਿਕ ਜੀਵਨ ਦਾ ਖਜ਼ਾਨਾ ਮੰਗੀਏ। ਕਿਉਂਕਿ ਜਿਸ ਮਾਨੁਖ ਪੈ ਕਰੋ ਬਿਨੰਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਪ੍ਰਭ ਜਿਨੇ ਅਰਾਧਿਆ, ਤਿਨ ਪਾਉ ਸਾਗਰ ਤਰਿਆ। ਸਭ ਕਿਰਪਾ ਕਰਨ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ, ਕਰੋ ਕਿਰਪਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।